ਹੈਲੋ ਬੱਚੋ, ਚਲੋ ਅੱਜ ਅਸੀਂ ਕਰਦੇ ਹਾਂ ਕਲਾਸ 10th ਸਾਇੰਸ ਦਾ ਚੈਪਟਰ ਨੰਬਰ 10 ਜਿਹਦਾ ਟਾਈਟਲ ਹੈ ਲਾਈਟ ਰਿਫਲੈਕਸ਼ਨ ਐਂਡ ਰਿਫਰੈਕਸ਼ਨ। ਤੇ ਅੱਜ ਅਸੀਂ ਇਸ ਚੈਪਟਰ ਦਾ 3rd ਪਾਰਟ ਕਰਾਂਗੇ। ਪੰਜਾਬੀ ਦੇ ਵਿੱਚ ਇਸ ਚੈਪਟਰ 10 ਨੂੰ ਪ੍ਰਕਾਸ਼ ਪਰਾਵਰਤਨ ਤੇ ਅਪਵਰਤਨ ਵੀ ਕਿਹਾ ਜਾਂਦਾ ਹੈ। ਇਸ ਚੈਪਟਰ ਦੇ ਤੀਜੇ ਭਾਗ ਦੇ ਵਿੱਚ ਅਸੀਂ ਜਿਹੜੇ ਸਫੈਰੀਕਲ ਮਿਰਰਸ ਨੇ ਜਾਂ ਜਿਹੜੇ ਗੋਲਾਕਾਰ ਦਰਪਣ ਨੇ ਉਹਨਾਂ 'ਤੇ ਇਮੇਜਿਸ ਜਿਹੜੀਆਂ ਨੇ ਜਾਂ ਪ੍ਰਤੀਬਿੰਬ ਕਿੱਦਾਂ ਬਣਦੇ ਨੇ ਉਹਦੇ ਬਾਰੇ ਸਟੱਡੀ ਕਰਾਂਗੇ ਯੂਜ਼ਿੰਗ ਰੇ ਡਾਇਗਰਾਮਸ। ਤੇ ਦੋਵਾਂ ਤਰ੍ਹਾਂ ਦੇ ਜਿਹੜੇ ਗੋਲਾਕਾਰ ਦਰਪਣ ਨੇ, ਅਵਤਲ ਦਰਪਣ ਤੇ ਉੱਤਲ ਦਰਪਣ, ਦੋਵਾਂ ਦੀਆਂ ਇਮੇਜਿਸ ਜਾਂ ਪ੍ਰਤੀਬਿੰਬ ਫਾਰਮੇਸ਼ਨਸ ਜਿਹੜੀਆਂ ਨੇ ਅਸੀਂ ਅੱਜ ਡਿਟੇਲ 'ਚ ਡਿਸਕਸ ਕਰਾਂਗੇ। ਇਹ ਜਿਹੜੇ ਗੋਲਾਕਾਰ ਦਰਪਣ ਨੇ, ਉੱਤਲ ਦਰਪਣ ਤੇ ਅਵਤਲ ਦਰਪਣ, ਇਹਨਾਂ ਦੇ ਵਿੱਚ ਪ੍ਰਤੀਬਿੰਬ ਕਿੱਦਾਂ ਬਣਦੇ ਨੇ, ਇਮੇਜਿਸ ਕਿੱਦਾਂ ਬਣਦੀਆਂ ਨੇ, ਅਗਰ ਇਹਨੂੰ ਅਸੀਂ ਧਿਆਨ ਨਾਲ ਸਮਝਣਾ ਹੋਵੇ ਤਾਂ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਪਊਗਾ ਵੀ ਇਹਨਾਂ ਦਰਪਣਾਂ ਦੇ ਉੱਤੇ ਜਦੋਂ ਕੋਈ ਕਿਰਨਾਂ ਆਪਤਿਤ ਹੁੰਦੀਆਂ ਨੇ, ਯਾਨੀ ਕਿ ਇਨਸੀਡੈਂਟ ਰੇਜ਼ ਆਫ ਲਾਈਟ ਜਿਹੜੀਆਂ ਨੇ ਫਾਲ ਕਰਦੀਆਂ ਨੇ ਅਲੱਗ-ਅਲੱਗ ਪੈਟਰਨ ਤੋਂ, ਤਾਂ ਉਹਨਾਂ ਦਾ ਰਿਫਲੈਕਸ਼ਨ ਦਾ ਪੈਟਰਨ ਯਾਨੀ ਕਿ ਪਰਾਵਰਤਨ ਦਾ ਪੈਟਰਨ ਕੀ ਹੋਏਗਾ। ਜੇ ਸਾਨੂੰ ਇਹ ਪਤਾ ਲੱਗ ਜਾਵੇ ਵੀ ਕਿਹੜੀ ਕਿਰਨ ਨੇ ਕਿੱਦਾਂ ਰਿਫਲੈਕਟ ਕਰਨਾ ਤੇ ਫਿਰ ਇਮੇਜਿਸ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਸੌਖਾ ਹੋ ਜਾਊਗਾ। ਸੋ ਇਹ ਬੇਸਿਕ ਕਨਸੈਪਟ ਨੇ ਜਿਨ੍ਹਾਂ ਤੋਂ ਤੁਹਾਨੂੰ ਇਮੇਜ ਫਾਰਮੇਸ਼ਨ ਜਿਹੜੀ ਹੈ ਨਾ ਉਹਦੀ ਕਲੈਰਿਟੀ ਹੋ ਜਾਊਗੀ। ਸੋ ਕੋਸ਼ਿਸ਼ ਕਰੋ ਵੀ ਇਹ ਜਿਹੜੇ ਬੇਸਿਕ ਕਨਸੈਪਟ ਨੇ ਪਹਿਲਾਂ ਇਹਨਾਂ ਨੂੰ ਆਪਣੇ ਮਾਈਂਡ 'ਚ ਕਲੀਅਰ ਕਰ ਲਓ। ਸੋ ਆਪਾਂ ਹੁਣ ਸਟਾਰਟ ਕਰਦੇ ਹਾਂ। ਆਪਣੇ ਕੋਲ ਹੈਗਾ ਇੱਕ ਕਨਕੇਵ ਮਿਰਰ ਯਾਨੀ ਕਿ ਅਵਤਲ ਦਰਪਣ। ਇਹਦਾ ਕੀ ਆ, ਪ੍ਰਿੰਸੀਪਲ ਐਕਸਿਸ ਆ ਜਿਹਦੇ ਉੱਤੇ ਸਾਨੂੰ ਪੋਲ ਯਾਨੀ ਕਿ ਧਰੁਵ, ਪ੍ਰਿੰਸੀਪਲ ਫੋਕਸ ਤੇ ਸੈਂਟਰ ਆਫ ਕਰਵੇਚਰ ਇਹ ਨਜ਼ਰ ਆ ਰਹੇ ਨੇ। ਇੱਕ ਇਨਸੀਡੈਂਟ ਰੇ ਹੈ ਯਾਨੀ ਕਿ ਆਪਤਿਤ ਕਿਰਨ ਹੈ ਲਾਈਟ ਦੀ ਜਿਹੜੀ ਕਿ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਜਾ ਰਹੀ ਆ। ਜਦੋਂ ਵੀ ਕੋਈ ਕਿਰਨ ਜਿਹੜੀ ਆ ਉਹ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਜਾਊਗੀ ਤਾਂ ਇੱਥੇ ਜਿਹੜਾ ਰਿਫਲੈਕਟਿੰਗ ਸਰਫੇਸ ਹੈਗਾ ਮਿਰਰ ਦਾ ਇਹਦੇ ਤੇ ਸਟ੍ਰਾਈਕ ਕਰਨ ਤੋਂ ਬਾਅਦ ਇਹ ਫੋਕਸ ਚੋਂ ਲੰਘ ਕੇ ਰਿਫਲੈਕਟ ਕਰੂਗੀ। ਤੇ ਜੇ ਅਸੀਂ ਇਸ ਪੁਆਇੰਟ ਆਫ ਇਨਸੀਡੈਂਸ ਤੇ ਨਾਰਮਲ ਡਰਾ ਕਰੀਏ ਤੇ ਉਹ ਜਾਂਦਾ ਸੈਂਟਰ ਆਫ ਕਰਵੇਚਰ ਵੱਲ ਨੂੰ, ਆ ਜਿਹੜੀ ਡਾਟਡ ਲਾਈਨ ਹੈ। ਤੇ ਆਪਾਂ ਦੇਖਾਂਗੇ ਵੀ ਜਿਹੜਾ ਐਂਗਲ ਆਫ ਇਨਸੀਡੈਂਸ ਹੈਗਾ ਇੱਥੇ ਉਹ ਐਂਗਲ ਆਫ ਰਿਫਲੈਕਸ਼ਨ ਦੇ ਬਰਾਬਰ ਹੋਊਗਾ, ਯਾਨੀ ਕਿ ਆਪਤਿਤ ਕਿਰਨ ਦਾ ਕੋਣ ਜਿਹੜਾ ਹੈ ਉਹ ਪਰਾਵਰਤਿਤ ਕਿਰਨ ਦੇ ਕੋਣ ਦੇ ਬਰਾਬਰ ਹੁੰਦਾ। ਸੋ ਸਮ ਅਪ ਕਰੀਏ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਕੋਈ ਵੀ ਜਿਹੜੀ ਇਨਸੀਡੈਂਟ ਰੇ ਆਫ ਲਾਈਟ ਹੈ ਜਿਹੜੀ ਕਿ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆ ਕੇ ਸਟ੍ਰਾਈਕ ਕਰਦੀ ਹੈ ਕਨਕੇਵ ਮਿਰਰ ਦੇ ਉੱਤੇ, ਉਹ ਫੋਕਸ ਤੋਂ ਲੰਘ ਕੇ ਰਿਫਲੈਕਟ ਹੋਊਗੀ। ਯਾਨੀ ਕਿ ਰਿਫਲੈਕਟਿਡ ਰੇ ਕਿੱਥੋਂ ਨਿਕਲ ਕੇ ਜਾਊਗੀ, ਫੋਕਸ ਤੋਂ, ਯਾਨੀ ਕਿ ਮੁੱਖ ਫੋਕਸ ਤੋਂ ਨਿਕਲ ਕੇ ਜਾਊਗੀ। ਜੇ ਆਪਾਂ ਹੁਣ ਕਨਵੈਕਸ ਮਿਰਰ ਦੀ ਗੱਲ ਕਰੀਏ ਯਾਨੀ ਕਿ ਉੱਤਲ ਦਰਪਣ ਦੀ ਗੱਲ ਕਰੀਏ, ਇਹਦੇ 'ਚ ਵੀ ਦੇਖ ਲਓ ਇਹਦਾ ਪ੍ਰਿੰਸੀਪਲ ਐਕਸਿਸ ਆ ਇੱਕ ਇਨਸੀਡੈਂਟ ਰੇ ਜਿਹੜੀ ਆ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਆ ਰਹੀ ਆ। ਹੁਣ ਕਨਵੈਕਸ ਮਿਰਰ 'ਚ ਕੀ ਹੁੰਦਾ ਵੀ ਜਿਹੜੀਆਂ ਲਾਈਟ ਰੇਜ਼ ਹੁੰਦੀਆਂ ਨੇ ਉਹ ਡਾਈਵਰਜ ਕਰਦੀਆਂ ਯਾਨੀ ਕਿ ਇਹ ਖਿੰਡਦੀਆਂ ਨੇ। ਸੋ ਜਦੋਂ ਕੋਈ ਲਾਈਟ ਰੇ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਆਊਗੀ ਤਾਂ ਉਹ ਇੱਧਰ ਨੂੰ ਰਿਫਲੈਕਟ ਕਰ ਗਈ। ਠੀਕ ਆ, ਆਪਾਂ ਕੀ ਕਰਨਾ ਵੀ ਇਹ ਜਿਹੜੀਆਂ ਲਾਈਟ ਰੇਜ਼ ਨੇ ਇਹਨਾਂ ਨੂੰ ਇਸ ਦਰਪਣ ਦੇ ਪਿੱਛੇ ਵਾਲੇ ਪਾਸੇ ਡਾਇਰੈਕਟ ਕਰਨਾ ਆ ਡਾਟਡ ਲਾਈਨਸ ਲਗਾ ਕੇ। ਜਿਹੜਾ ਆ ਸੈਂਟਰ ਆਫ ਕਰਵੇਚਰ ਤੋਂ ਨਿਕਲ ਕੇ ਜਾ ਰਿਹਾ ਇਹ ਨਾਰਮਲ ਟੂ ਦਾ ਪੁਆਇੰਟ ਆਫ ਇਨਸੀਡੈਂਸ ਹੋ ਜਾਊਗਾ। ਤੇ ਆਪਾਂ ਦੇਖਾਂਗੇ ਕਿ ਜਿਹੜੀ ਆ ਇਨਸੀਡੈਂਟ ਰੇ ਆ ਇਹ ਜਦੋਂ ਰਿਫਲੈਕਟ ਕਰਦੀ ਤਾਂ ਪਿਛਲੇ ਵਾਲੇ ਪਾਸੇ ਫੋਕਸ ਵੱਲ ਨੂੰ ਡਾਇਰੈਕਟ ਹੁੰਦੀ ਆ। ਸੋ ਦੋਨੋਂ ਜਿਹੜੇ ਟਾਈਪ ਆਫ ਦਰਪਣ ਨੇ ਯਾਨੀ ਕਿ ਅਵਤਲ ਦਰਪਣ ਤੇ ਉੱਤਲ ਦਰਪਣ ਦੋਵਾਂ ਦੇ ਵਿੱਚ ਹੀ ਸੇਮ ਬਿਹੇਵੀਅਰ ਹੈ ਕਿ ਜਦੋਂ ਵੀ ਕੋਈ ਲਾਈਟ ਰੇ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਆਉਂਦੀ ਆ ਉਹ ਫੋਕਸ ਚੋਂ ਲੰਘ ਕੇ ਜਾਂਦੀ ਹੈ, ਰਿਫਲੈਕਟ ਹੁੰਦੀ ਆ। ਸੋ ਰਿਫਲੈਕਟਿਡ ਰੇ ਪਾਸਿਸ ਥਰੂ ਫੋਕਸ। ਨੈਕਸਟ ਕੇਸ ਲੈ ਲੈਂਦੇ ਆ ਵੀ ਜੇ ਕੋਈ ਲਾਈਟ ਰੇ ਜਿਹੜੀ ਆ ਉਹ ਫੋਕਸ ਤੋਂ ਨਿਕਲ ਕੇ ਆਵੇ ਤੇ ਇਨਸੀਡੈਂਟ ਹੋਵੇ, ਫੇਰ ਕੀ ਹੋਊਗਾ। ਦੇਖੋ ਜਦੋਂ ਆਪਾਂ ਹੁਣ ਪਹਿਲਾ ਕੇਸ ਕੀਤਾ ਉਹਦੇ 'ਚ ਆਪਾਂ ਇਹ ਕਿਹਾ ਵੀ ਪ੍ਰਿੰਸੀਪਲ ਐਕਸਿਸ ਤੋਂ ਪੈਰਲਲ ਆਵੇ ਤੇ ਫੋਕਸ ਤੋਂ ਲੰਘਦੀ ਆ, ਇੱਥੇ ਉਲਟ ਹੋ ਜਾਊਗਾ, ਫੋਕਸ ਤੋਂ ਲੰਘ ਕੇ ਆਊਗੀ ਤਾਂ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਰਿਫਲੈਕਟ ਹੋਊਗੀ। ਸਿੱਧੀ ਜੀ ਗੱਲ, ਬਿਲਕੁਲ ਓਪੋਜ਼ਿਟ ਹੋ ਗਿਆ। ਠੀਕ ਹੈ, ਪਿਛਲੇ ਕੇਸ 'ਚ ਕੀ ਸੀਗਾ, ਇਨਸੀਡੈਂਟ ਰੇ ਜਿਹੜੀ ਸੀ ਉਹ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਸੀ, ਇੱਥੇ ਕੀ ਆ ਰਿਫਲੈਕਟਿਡ ਰੇ ਜਿਹੜੀ ਆ ਉਹ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਆ। ਸੋ ਜਦੋਂ ਵੀ ਕੋਈ ਲਾਈਟ ਰੇ ਫੋਕਸ ਤੋਂ ਨਿਕਲ ਕੇ ਆ ਕੇ ਟਕਰਾਊਗੀ ਕਨਕੇਵ ਮਿਰਰ ਦੇ ਨਾਲ ਉਹ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਰਿਫਲੈਕਟ ਹੋਊਗੀ। ਕਨਵੈਕਸ ਮਿਰਰ 'ਚ ਵੀ ਦੇਖ ਲਓ ਵੀ ਜੇ ਕੋਈ ਲਾਈਟ ਰੇ ਜਿਹੜੀ ਆ ਰਹੀ ਆ ਇਨਸੀਡੈਂਟ ਲਾਈਟ ਰੇ, ਠੀਕ ਆ, ਭਾਵੇਂ ਕਿ ਉਹ ਇੱਥੋਂ ਸਟ੍ਰਾਈਕ ਕਰਕੇ ਵਾਪਸ ਚਲੀ ਜਾਂਦੀ ਹੈ, ਲੇਕਿਨ ਇਹਨੂੰ ਜੇ ਆਪਾਂ ਇਨਸੀਡੈਂਟ ਰੇ ਨੂੰ ਪਿੱਛੇ ਵੱਲ ਨੂੰ ਡਾਇਰੈਕਟ ਕਰਦੇ ਹਾਂ ਤਾਂ ਇਹ ਫੋਕਸ ਵਿੱਚ ਦੀ ਲੰਘਦੀ ਪ੍ਰਤੀਤ ਹੁੰਦੀ ਹੈ। ਤੇ ਜਿਹੜੀ ਵੀ ਇਨਸੀਡੈਂਟ ਰੇ ਫੋਕਸ 'ਚੋਂ ਆਵੇ ਉਹ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਰਿਫਲੈਕਟ ਹੋ ਜਾਂਦੀ ਹੈ।
ਤੇ ਆ ਸੈਂਟਰ ਆਫ ਕਰਵੇਚਰ ਤੋਂ ਅਸੀਂ ਇਹਦਾ ਲੰਬ ਯਾਨੀ ਕਿ ਨਾਰਮਲ ਡਰਾ ਕੀਤਾ, ਠੀਕ ਹੈ ਨਾ। ਤਾਂ ਆ ਜਿਹੜੀ ਰਿਫਲੈਕਟਿਡ ਰੇ ਆ ਇਹ ਕਿੱਦਾਂ ਜਾ ਰਹੀ ਆ, ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਹੀ ਜਾ ਰਹੀ ਹੈ। ਸੋ ਇਸ ਕੇਸ 'ਚ ਵੀ ਕੀ ਹੋ ਰਿਹਾ ਕਿ ਜਿਹੜੀ ਆਪਤਿਤ ਕਿਰਨ ਆ ਜੇ ਉਹ ਫੋਕਸ ਤੋਂ ਲੰਘਦੀ ਹੋਈ ਪ੍ਰਤੀਤ ਹੋਵੇ, ਡਾਇਰੈਕਟਿਡ ਹੋਵੇ ਟੁਵਰਡਸ ਦਾ ਫੋਕਸ, ਤਾਂ ਫਿਰ ਰਿਫਲੈਕਸ਼ਨ ਕਿੱਦਾਂ ਹੁੰਦੀ ਆ, ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਹੁੰਦੀ ਆ। ਹੁਣ ਆ ਦੇਖੋ ਧਿਆਨ ਦੇਣ ਵਾਲੀ ਗੱਲ ਹੈਗੀ ਆ ਕਿ ਜਿਹੜਾ ਆਪਣਾ ਲਾਅ ਆਫ ਰਿਫਲੈਕਸ਼ਨ ਸੀ ਜਿਹਦੇ 'ਚ ਅਸੀਂ ਕਹਿੰਦੇ ਸੀ ਨਾ ਕਿ ਐਂਗਲ ਆਫ ਇਨਸੀਡੈਂਸ ਇਜ਼ ਇਕੁਅਲ ਟੂ ਐਂਗਲ ਆਫ ਰਿਫਲੈਕਸ਼ਨ, ਉਹ ਸਾਰੇ ਪਾਸੇ ਹੀ ਫੋਲੋ ਹੁੰਦਾ ਪਿਆ ਲਾਅ, ਯਾਨੀ ਕਿ ਨਿਯਮ ਜਿਹੜੇ ਨੇ ਉਹ ਫੋਲੋ ਕੀਤੇ ਜਾ ਰਹੇ ਨੇ। ਅਗਲਾ ਕੇਸ ਲੈਂਦੇ ਆ ਵੀ ਜੇ ਸੈਂਟਰ ਆਫ ਕਰਵੇਚਰ ਤੋਂ ਨਿਕਲ ਕੇ ਆਵੇ ਕੋਈ ਇਨਸੀਡੈਂਟ ਰੇ, ਫੇਰ ਜਦੋਂ ਵੀ ਕੋਈ ਲਾਈਟ ਰੇ ਸੈਂਟਰ ਆਫ ਕਰਵੇਚਰ ਤੋਂ ਨਿਕਲ ਕੇ ਆ ਕੇ ਸਟਰਾਈਕ ਕਰੂਗੀ ਕਨਕੇਵ ਮਿਰਰ ਦੇ ਉੱਤੇ ਤਾਂ ਉਹ ਬਿਲਕੁਲ ਓਪੋਜ਼ਿਟ ਡਾਇਰੈਕਸ਼ਨ 'ਚ ਹੀ ਵਾਪਸ ਜਾਊਗੀ, ਯਾਨੀ ਕਿ ਸੈਂਟਰ ਆਫ ਕਰਵੇਚਰ ਤੋਂ ਹੀ ਰਿਫਲੈਕਟ ਹੋਊਗੀ। ਸੋ ਆਈ ਵੀ ਸੈਂਟਰ ਆਫ ਕਰਵੇਚਰ ਤੋਂ ਤੇ ਗਈ ਵੀ ਸੈਂਟਰ ਆਫ ਕਰਵੇਚਰ ਤੋਂ ਨਿਕਲ ਕੇ। ਕਨਵੈਕਸ ਮਿਰਰ ਦੇ ਕੇਸ 'ਚ ਕੀ ਆ, ਉਹਦੇ 'ਚ ਵੀ ਦੇਖੋ ਆ ਇਨਸੀਡੈਂਟ ਲਾਈਟ ਰੇ ਆ ਰਹੀ ਹੈ, ਇਹਨੂੰ ਅਸੀਂ ਮਿਰਰ ਦੇ ਪਿਛਲੇ ਵਾਲੇ ਪਾਸੇ ਡਾਇਰੈਕਟ ਕੀਤਾ ਤੇ ਇਹ ਸੈਂਟਰ ਆਫ ਕਰਵੇਚਰ ਦੇ ਉੱਤੇ ਆ ਕੇ ਮਿਲਦੀ ਪਈ ਆ, ਠੀਕ ਹੈ। ਤੇ ਜਦੋਂ ਰਿਫਲੈਕਟ ਹੋ ਰਹੀ ਹੈ ਉਹ ਵੀ ਸੈਂਟਰ ਆਫ ਕਰਵੇਚਰ ਦੇ ਉੱਤੋਂ ਹੀ ਮਿਲਦੀ ਪਈ ਹੈ। ਸੋ ਇਹਦੇ 'ਚ ਵੀ ਕੀ ਹੋ ਰਿਹਾ ਕਿ ਇਨਸੀਡੈਂਟ ਰੇ ਜਿਹੜੀ ਆ ਸੈਂਟਰ ਆਫ ਕਰਵੇਚਰ ਤੋਂ ਨਿਕਲ ਕੇ ਆ ਰਹੀ ਤੇ ਰਿਫਲੈਕਟਿਡ ਰੇ ਵੀ ਸੈਂਟਰ ਆਫ ਕਰਵੇਚਰ ਤੋਂ ਹੀ ਨਿਕਲ ਕੇ ਆ ਰਹੀ ਹੈ ਤੇ ਬਿਲਕੁਲ ਓਪੋਜ਼ਿਟ ਡਾਇਰੈਕਸ਼ਨ 'ਚ ਇਹਦੀ ਰਿਫਲੈਕਸ਼ਨ ਹੁੰਦੀ ਹੈ। ਸੌਖੇ ਹੀ ਨੇ, ਇੱਕ ਵਾਰੀ ਕੰਸੈਪਟ ਸਮਝ ਲਓ ਫਿਰ ਨਹੀਂ ਹੈ ਔਖਾ, ਪਰ ਰੱਟੇ ਨਾ ਮਾਰੋ, ਸਮਝ ਕੇ ਕਰੋ। ਹੁਣ ਚੌਥਾ ਕੇਸ ਲੈ ਲੈਂਦੇ ਆ ਕਿ ਜੇ ਤਿਰਛੀਆਂ ਕਿਰਨਾਂ ਆ ਕੇ ਇਨਸੀਡੈਂਟ ਹੋਣ ਯਾਨੀ ਕਿ ਓਬਲੀਕਲੀ। ਸੋ ਕੀ ਹੈ ਵੀ ਆ ਇੱਕ ਤਿਰਛੀ ਪ੍ਰਕਾਸ਼ ਦੀ ਕਿਰਨ ਆਈ, ਠੀਕ ਹੈ, ਆਪਤਿਤ ਹੋਈ, ਆਪਰਿਵਰਤਿਤ ਹੋਈ। ਇਹ ਜਿੱਦਾਂ ਤਿਰਛੀ ਆਊਗੀ ਪੋਲ ਦੇ ਨਾਲ ਸਟਰਾਈਕ ਕਰੂਗੀ ਤੇ ਤਿਰਛੀ ਹੀ ਰਿਫਲੈਕਟ ਹੋ ਜੂਗੀ। ਜੇ ਆ ਪ੍ਰਿੰਸੀਪਲ ਐਕਸਿਸ ਆ ਇਹਨੂੰ ਅਸੀਂ ਇਹਦਾ ਪੁਆਇੰਟ ਆਫ ਇਨਸੀਡੈਂਸ ਦੇ ਉੱਤੇ ਨਾਰਮਲ ਜਾਂ ਲੰਬ ਜਿਹੜਾ ਹੈਗਾ ਉਹ ਮੰਨ ਲਈਏ ਤਾਂ ਆਪਾਂ ਦੇਖਾਂਗੇ ਕੀ ਆ ਵੀ ਆ ਐਂਗਲ ਆਫ ਇਨਸੀਡੈਂਸ ਕਿਹਦੇ ਬਰਾਬਰ ਆ, ਐਂਗਲ ਆਫ ਰਿਫਲੈਕਸ਼ਨ ਦੇ ਬਰਾਬਰ ਆ। ਸੋ ਇਹਦੇ ਵਿੱਚ ਵੀ ਆਪਣਾ ਜਿਹੜਾ ਲਾਅ ਆਫ ਰਿਫਲੈਕਸ਼ਨ ਉਹ ਓਬੇ ਕੀਤਾ ਜਾ ਰਿਹਾ, ਜਿਹਦੇ 'ਚ ਕਿ ਐਂਗਲ ਆਫ ਇਨਸੀਡੈਂਸ ਇਜ਼ ਇਕੁਅਲ ਟੂ ਐਂਗਲ ਆਫ ਰਿਫਲੈਕਸ਼ਨ ਆ। ਕਨਵੈਕਸ ਮਿਰਰ ਦੇ ਕੇਸ 'ਚ ਵੀ ਦੇਖੋ ਕੀ ਹੋ ਰਿਹਾ, ਆ ਪ੍ਰਿੰਸੀਪਲ ਐਕਸਿਸ ਆ ਇਨਸੀਡੈਂਟ ਰੇ ਓਬਲੀਕਲੀ ਆਈ ਯਾਨੀ ਕਿ ਤਿਰਛੀ ਆਈ, ਤਿਰਛੀ ਰਿਫਲੈਕਟ ਹੋ ਗਈ। ਇਹਦੇ 'ਚ ਵੀ ਜੇ ਆਪਾਂ ਐਂਗਲ ਬਣਾਉਂਦੇ ਆ ਇਹਦਾ ਇਨਸੀਡੈਂਟ ਰੇ ਦਾ ਵਿਦ ਦੈਟ ਆਫ ਦਾ ਨਾਰਮਲ, ਇਹ ਕੀ ਆ ਐਂਗਲ ਆਈ ਤੇ ਜਿਹੜਾ ਰਿਫਲੈਕਟਿਡ ਰੇ ਆ ਉਹਦਾ ਐਂਗਲ ਕੀ ਆ ਨਾਰਮਲ ਦੇ ਨਾਲ, ਐਂਗਲ ਆਰ। ਇਹਦੇ ਕੇਸ 'ਚ ਵੀ ਕੀ ਹੋਊਗਾ, ਐਂਗਲ ਆਈ ਇਜ਼ ਇਕੁਅਲ ਟੂ ਐਂਗਲ ਆਰ ਤੇ ਤਿਰਛੀਆਂ ਕਿਰਨਾਂ ਜਿਹੜੀਆਂ ਆਣਗੀਆਂ ਉਹ ਤਿਰਛੀਆਂ ਹੀ ਪਰਾਵਰਤਿਤ ਹੋਣਗੀਆਂ ਸੇਮ ਐਂਗਲ ਤੇ। ਇਹ ਹੋ ਗਏ ਚਾਰ ਕੇਸ ਵੀ ਕਿੱਦਾਂ ਕਿੱਦਾਂ ਕੋਈ ਲਾਈਟ ਰੇ ਜਿਹੜੀ ਹੈ ਨਾ ਉਹ ਰਿਫਲੈਕਟ ਹੁੰਦੀ ਹੈ ਕਨਕੇਵ ਤੇ ਕਨਵੈਕਸ ਮਿਰਰ ਤੋਂ ਯਾਨੀ ਕਿ ਅਵਤਲ ਦਰਪਣ ਤੋਂ ਤੇ ਉੱਤਲ ਦਰਪਣ ਤੋਂ। ਬਸ ਜੇ ਤੁਹਾਨੂੰ ਇਹ ਸਮਝ ਆ ਗਿਆ ਤਾਂ ਫਿਰ ਅੱਗੋਂ ਇਮੇਜ ਫਾਰਮੇਸ਼ਨ ਦੀਆਂ ਜਿਹੜੀਆਂ ਡਾਇਗਰਾਮਸ ਨੇ ਨਾ ਉਹ ਤਾਂ ਬਹੁਤ ਤੁਹਾਨੂੰ ਸੌਖੀਆਂ ਲੱਗਣਗੀਆਂ। ਚਲੋ ਸਟਾਰਟ ਕਰਦੇ ਹਾਂ ਵੀ ਕਨਕੇਵ ਮਿਰਰ ਦੇ ਉੱਤੇ ਇਮੇਜ ਫਾਰਮੇਸ਼ਨ ਯਾਨੀ ਕਿ ਪ੍ਰਤੀਬਿੰਬ ਜਿਹੜਾ ਕਿੱਦਾਂ ਬਣਦਾ ਰੇ ਡਾਇਗਰਾਮਸ ਦੀ ਹੈਲਪ ਨਾਲ। ਪਹਿਲਾ ਕੇਸ ਲੈਂਦੇ ਹਾਂ, ਇਹਦੇ 'ਚ ਕੀ ਆ ਵੀ ਆਬਜੈਕਟ ਇਨਫਿਨਿਟੀ ਤੇ ਪਿਆ ਯਾਨੀ ਕਿ ਅਨੰਤ ਹੈ ਦੂਰੀ ਇਹਦੀ। ਇਹਦੇ ਤੋਂ ਆਉਣ ਵਾਲੀਆਂ ਜਿੰਨੀਆਂ ਵੀ ਲਾਈਟ ਰੇਜ਼ ਨੇ ਜਦੋਂ ਉਹ ਆ ਰਹੀਆਂ ਨੇ ਕਨਕੇਵ ਮਿਰਰ ਵੱਲ ਨੂੰ ਤਾਂ ਉਹ ਕਿੱਦਾਂ ਰਨ ਕਰ ਰਹੀਆਂ, ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਰਨ ਕਰ ਰਹੀਆਂ। ਤੇ ਆਪਾਂ ਹੁਣੇ ਦੇਖਿਆ ਸੀਗਾ ਵੀ ਜਦੋਂ ਵੀ ਕੋਈ ਲਾਈਟ ਰੇ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਆਂਦੀ ਹੈ ਤੇ ਉਹ ਫੋਕਸ ਤੋਂ ਜਾ ਕੇ ਰਿਫਲੈਕਟ ਹੁੰਦੀ ਹੈ, ਫੋਕਸ ਵਾਲੇ ਪੁਆਇੰਟ ਤੋਂ ਨਿਕਲ ਕੇ ਜਾਣਾ ਉਹਨੇ ਰਿਫਲੈਕਟ ਹੋ ਕੇ। ਸੋ ਆਹ ਵਾਲੀ ਇਨਸੀਡੈਂਟ ਰੇ ਜਿਹੜੀ ਆ ਉਹ ਵੀ ਫੋਕਸ ਤੋਂ ਨਿਕਲ ਕੇ ਜਾ ਰਹੀ ਆ, ਰਿਫਲੈਕਟ ਹੋ ਰਹੀ ਆ। ਆਹ ਇਨਸੀਡੈਂਟ ਰੇ ਜਿਹੜੀ ਆ ਪੁਆਇੰਟ ਬੀ ਆਫ ਆਬਜੈਕਟ ਤੋਂ ਆ ਰਹੀ ਆ, ਇਹ ਵੀ ਫੋਕਸ ਚੋਂ ਨਿਕਲ ਕੇ ਜਾ ਕੇ ਰਿਫਲੈਕਟ ਹੋ ਰਹੀ ਆ। ਇਮੇਜ ਕਿੱਥੇ ਬਣੂਗੀ, ਫੋਕਸ ਤੇ ਬਣੂਗੀ, ਲੇਕਿਨ ਬਹੁਤ ਹੀ ਛੋਟੀ ਬਣੂਗੀ। ਇੱਦਾਂ ਦੀ ਇਮੇਜ ਬਣੂਗੀ ਜਿੱਦਾਂ ਕਿ ਪੁਆਇੰਟ ਦੇ ਉੱਤੇ ਇਮੇਜ ਬਣ ਜਾਵੇ, ਲੇਕਿਨ ਇਮੇਜ ਬਣਦੀ ਕਿੱਥੇ ਪਈ ਆ, ਦਰਪਣ ਦੇ ਸਾਹਮਣੇ ਬਣਦੀ ਪਈ ਆ। ਯਾਨੀ ਕਿ ਰੀਅਲ ਇਮੇਜ ਆ ਪਰ ਉਲਟੀ ਇਮੇਜ ਹੁੰਦੀ ਆ ਇਹ, ਲੇਕਿਨ ਪੁਆਇੰਟ ਸਾਈਜ਼ ਦੀ। ਦੂਜਾ ਕੇਸ ਕੀ ਆ ਵੀ ਜੇ ਜਿਹੜਾ ਆਬਜੈਕਟ ਹੈਗਾ ਬਿਯੋਂਡ ਸੈਂਟਰ ਆਫ ਕਰਵੇਚਰ ਪਿਆ ਹੋਵੇ, ਠੀਕ ਆ, ਆ ਹੋ ਗਿਆ ਆਬਜੈਕਟ ਏ ਬੀ। ਹੁਣ ਇਹਦਾ ਜਿਹੜਾ ਅਪਰ ਪੁਆਇੰਟ ਆ ਏ ਆ, ਇਹਦੇ ਤੋਂ ਦੋ ਲਾਈਟ ਰੇਜ਼ ਜਿਹੜੀਆਂ ਨੇ ਨਾ ਉਹ ਗਈਆਂ, ਇੱਕ ਤੇ ਆ ਇਨਸੀਡੈਂਟ ਹੋਈ, ਇੱਕ ਆ ਇਨਸੀਡੈਂਟ ਹੋਈ, ਠੀਕ ਆ। ਪਹਿਲੀ ਵਾਲੀ ਦੇਖੋ ਜਿਹੜੀ ਕਿ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਜਾ ਰਹੀ ਆ, ਇਹਦਾ ਤਾਂ ਆਪਾਂ ਨੂੰ ਪਤਾ ਹੀ ਆ ਵੀ ਜਿਹੜੀ ਵੀ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਜਾਂਦੀ ਆ ਉਹ ਫੋਕਸ ਤੋਂ ਨਿਕਲ ਕੇ ਜਾ ਕੇ ਰਿਫਲੈਕਟ ਹੁੰਦੀ। ਸੋ ਆ ਗਈ ਫੋਕਸ ਤੋਂ ਨਿਕਲ ਕੇ ਰਿਫਲੈਕਟ ਹੋ ਗਈ, ਸਿੰਪਲ। ਦੂਜਾ ਕੀ ਆ ਵੀ ਆ ਜਿਹੜੀ ਆਈ ਆ ਤਿਰਛੀ, ਇਹ ਸੈਂਟਰ ਆਫ ਕਰਵੇਚਰ ਤੋਂ ਨਿਕਲ ਕੇ ਗਈ ਤੇ ਇਹ ਵੀ ਆਪਾਂ ਹੁਣੇ ਕਰਕੇ ਹਟੇ ਆ ਵੀ ਜਿਹੜੀ ਸੈਂਟਰ ਆਫ ਕਰਵੇਚਰ ਤੋਂ ਨਿਕਲ ਕੇ ਜਾਊਗੀ ਸੈਂਟਰ ਆਫ ਕਰਵੇਚਰ ਤੋਂ ਹੀ ਰਿਫਲੈਕਟ ਹੋਊਗੀ, ਬਿਲਕੁਲ ਸੇਮ ਐਂਗਲ ਤੇ ਬਟ
ਓਪੋਜ਼ਿਟ ਡਾਇਰੈਕਸ਼ਨ ਤੇ। ਸੋ ਆ ਦੇਖੋ ਆ ਇਦਾਂ ਗਈ ਸੈਂਟਰ ਆਫ ਕਰਵੇਚਰ ਤੋਂ ਨਿਕਲ ਕੇ ਸਟ੍ਰਾਈਕ ਕੀਤੀ ਇੱਥੇ, ਇਸੇ ਤੋਂ ਹੀ ਸੈਂਟਰ ਆਫ ਕਰਵੇਚਰ ਤੋਂ ਹੀ ਨਿਕਲ ਕੇ ਰਿਫਲੈਕਟ ਬੈਕ ਕਰ ਗਈ। ਜਿਹੜਾ ਬੀ ਪੁਆਇੰਟ ਆ ਆਬਜੈਕਟ ਦਾ, ਇਹਦੇ ਤੋਂ ਜਿਹੜੀਆਂ ਲਾਈਟ ਰੇਜ਼ ਇਨਸੀਡੈਂਟ ਹੁੰਦੀਆਂ ਨੇ ਉਹ ਕਿੱਥੇ ਨੇ, ਉਹ ਪ੍ਰਿੰਸੀਪਲ ਐਕਸਿਸ ਦੇ ਉੱਤੇ ਹੀ ਜਾ ਰਹੀਆਂ। ਤੇ ਇਹਦਾ ਵੀ ਕੀ ਰੋਲ ਹੁੰਦਾ ਵੀ ਇਹ ਪ੍ਰਿੰਸੀਪਲ ਐਕਸਿਸ ਤੋਂ ਜਾਂਦੀਆਂ ਪੋਲ ਨਾਲ ਸਟ੍ਰਾਈਕ ਕਰਕੇ ਪ੍ਰਿੰਸੀਪਲ ਐਕਸਿਸ ਦੇ ਉੱਤੇ ਹੀ ਵਾਪਸ ਆ ਜਾਂਦੀਆਂ। ਹੁਣ ਆਹ ਦੇਖੋ ਵੀ ਜਿਹੜੀਆਂ ਆਹ ਦੋ ਰਿਫਲੈਕਟਿਡ ਰੇਜ਼ ਨੇ, ਇੱਕ ਆਹ ਵਾਲੀ ਤੇ ਇੱਕ ਆਹ ਵਾਲੀ, ਇਹ ਕਿੱਥੇ ਮਿਲਦੀਆਂ ਪਈਆਂ, ਇਸ ਪੁਆਇੰਟ ਦੇ ਉੱਤੇ ਇੰਟਰਸੈਕਟ ਕਰਦੀਆਂ। ਜਿਸ ਪੁਆਇੰਟ ਤੇ ਇਹ ਦੋਨੋਂ ਰੇਜ਼ ਇੰਟਰਸੈਕਟ ਕਰਨਗੀਆਂ ਉੱਥੇ ਕੀ ਬਣੂਗਾ, ਇਮੇਜ ਬਣੂਗੀ, ਯਾਨੀ ਕਿ ਪ੍ਰਤੀਬਿੰਬ ਬਣੂਗਾ। ਲੇਕਿਨ ਕਿੱਦਾਂ ਬਣੂਗਾ, ਪੁੱਠਾ ਬਣੂਗਾ। ਦੇਖੋ ਇਹਦੇ 'ਚ ਆਬਜੈਕਟ 'ਚ ਕੀ ਆ ਵੀ A ਉੱਪਰ ਵਾਲੇ ਪਾਸੇ ਆ ਤੇ ਇਮੇਜ 'ਚ ਕੀ ਆ A ਡੈਸ਼ ਥੱਲੇ ਵਾਲੇ ਪਾਸੇ ਆ, ਠੀਕ ਹੈ ਨਾ। ਇੱਥੇ ਉੱਪਰ ਇੱਥੇ ਥੱਲੇ, ਯਾਨੀ ਕਿ ਇਮੇਜ ਪੁੱਠੀ ਹੋ ਗਈ, ਉਲਟੀ ਹੋ ਗਈ। ਸਾਈਜ਼ ਵੇਖ ਲਓ, ਆ ਹੈਗਾ ਆਬਜੈਕਟ ਦਾ ਸਾਈਜ਼, ਆ ਹੈਗਾ ਇਮੇਜ ਦਾ ਯਾਨੀ ਕਿ ਪ੍ਰਤੀਬਿੰਬ ਦਾ ਸਾਈਜ਼। ਛੋਟਾ ਹੈ ਨਾ ਆਬਜੈਕਟ ਦੇ ਸਾਈਜ਼ ਤੋਂ, ਯਾਨੀ ਕਿ ਛੋਟੀ ਇਮੇਜ ਬਣੂਗੀ। ਬਣਦੀ ਕਿੱਥੇ ਪਈ ਆ, ਦਰਪਣ ਦੇ ਸਾਹਮਣੇ ਬਣਦੀ ਪਈ ਹੈ, ਯਾਨੀ ਕਿ ਰੀਅਲ ਇਮੇਜ ਆ, ਇਨਵਰਟਿਡ ਆ, ਲੇਕਿਨ ਸਾਈਜ਼ ਛੋਟਾ। ਇਹਨਾਂ ਦੋਨਾਂ ਕੇਸਿਸ ਨੂੰ ਅਸੀਂ ਇਦਾਂ ਵੀ ਕਰ ਸਕਦੇ ਸਮਰਾਈਜ਼ ਵੀ ਜੇ ਜਿਹੜਾ ਆਬਜੈਕਟ ਹੈ ਅਨੰਤ ਤੇ ਆ, ਇਨਫਿਨਿਟੀ ਤੇ ਆ, ਇਮੇਜ ਕਿੱਥੇ ਬਣਦੀ ਆ, ਫੋਕਸ ਤੇ ਬਣਦੀ ਆ। ਸਾਈਜ਼ ਕੀ ਹੁੰਦਾ, ਹਾਈਲੀ ਡਿਮਿਨਿਸ਼ਡ ਪੁਆਇੰਟ ਸਾਈਜ਼ਡ। ਲੇਕਿਨ ਨੇਚਰ ਆਫ ਇਮੇਜ ਕੀ ਆ, ਰੀਅਲ ਐਂਡ ਇਨਵਰਟਿਡ, ਯਾਨੀ ਕਿ ਵਾਸਤਵਿਕ ਪਰ ਉਲਟੀ, ਯਾਨੀ ਕਿ ਪੁੱਠੀ ਇਮੇਜ ਬਣੂਗੀ। ਦੂਜਾ ਕੇਸ ਕੀ ਆ, ਆਬਜੈਕਟ ਬਿਯੋਂਡ ਸੈਂਟਰ ਆਫ ਕਰਵੇਚਰ, ਯਾਨੀ ਕਿ ਬਿਯੋਂਡ ਸੀ। ਇਮੇਜ ਕਿੱਥੇ ਬਣਦੀ ਪਈ ਆ, ਸੈਂਟਰ ਆਫ ਕਰਵੇਚਰ ਤੇ ਫੋਕਸ ਦੇ ਵਿਚਕਾਰ ਬਣਦੀ ਪਈ, ਇੱਥੇ ਬਣਦੀ ਪਈ, ਠੀਕ ਹੈ। ਬਿਟਵੀਨ F ਐਂਡ C ਇਮੇਜ ਬਣੂਗੀ, ਲੇਕਿਨ ਸਾਈਜ਼ ਛੋਟਾ ਹੋਊਗਾ। ਨੇਚਰ ਰੀਅਲ ਐਂਡ ਇਨਵਰਟਿਡ। ਥਰਡ ਕੇਸ ਲੈ ਲੈਂਦੇ ਆ ਵੀ ਜੇ ਜਿਹੜਾ ਆਬਜੈਕਟ ਹੈ ਬਿਲਕੁਲ ਸੈਂਟਰ ਆਫ ਕਰਵੇਚਰ ਦੇ ਉੱਤੇ ਪਿਆ ਹੋਵੇ। ਦੇਖੋ ਆਹ ਪ੍ਰਿੰਸੀਪਲ ਐਕਸਿਸ ਆ, ਆਹ ਸੈਂਟਰ ਆਫ ਕਰਵੇਚਰ, ਇਹਦੇ ਉੱਤੇ ਆਬਜੈਕਟ ਪਿਆ, ਠੀਕ ਹੈ। ਤਾਂ ਕੀ ਹੋਊਗਾ, ਹੁਣ ਦੇਖੋ ਵੀ ਇਹਦੇ ਤੋਂ ਜਿਹੜੀ ਸਿੱਧੀ ਗਈ ਹੈ ਲਾਈਟ ਰੇ, ਯਾਨੀ ਕਿ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ, ਉਹਨੇ ਤਾਂ ਫੋਕਸ ਤੋਂ ਜਾ ਕੇ ਰਿਫਲੈਕਟ ਹੋਣਾ, ਇਹ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ। ਦੂਜੀ ਲਾਈਟ ਰੇ ਜਿਹੜੀ ਇੱਥੋਂ ਨਿਕਲ ਕੇ ਜਾ ਰਹੀ ਹੈ ਇਨਸੀਡੈਂਟ, ਉਹ ਫੋਕਸ ਤੋਂ ਜਾ ਕੇ ਇਨਸੀਡੈਂਟ ਹੋ ਰਹੀ ਹੈ। ਜਿਹੜੀ ਫੋਕਸ ਤੋਂ ਜਾਂਦੀ ਆ ਉਹ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਰਿਫਲੈਕਟ ਹੁੰਦੀ ਆ। ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਵੀ ਇਹੀਓ ਰੂਲ ਆ। ਸੋ ਜਿਹੜੀ ਲਾਈਟ ਰੇ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਗਈ ਉਹ ਫੋਕਸ ਤੋਂ ਰਿਫਲੈਕਟ ਹੋਈ, ਜਿਹੜੀ ਫੋਕਸ ਤੋਂ ਨਿਕਲ ਕੇ ਗਈ ਉਹ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਰਿਫਲੈਕਟ ਹੋਈ। ਕਿਸੇ ਇੱਕ ਪੁਆਇੰਟ ਤੇ ਇਹ ਦੋਨੋਂ ਮਿਲਦੀਆਂ, ਉਹ ਕਿੱਥੇ ਮਿਲਦੀਆਂ, ਕਰਵੇਚਰ ਤੇ ਹੀ ਮਿਲਦੀਆਂ, ਇੱਥੇ ਹੀ ਇਮੇਜ ਬਣ ਜਾਂਦੀ। ਸੋ ਜੇ ਆਬਜੈਕਟ ਸੈਂਟਰ ਆਫ ਕਰਵੇਚਰ ਤੇ ਆ ਤੇ ਇਮੇਜ ਵੀ ਸੈਂਟਰ ਆਫ ਕਰਵੇਚਰ ਤੇ ਹੀ ਬਣਦੀ ਪਈ, ਲੇਕਿਨ ਪੁੱਠੀ ਬਣਦੀ ਪਈ। ਜੇ ਜਿਹੜਾ ਆਬਜੈਕਟ ਹੈ ਉਹ ਹੋਵੇ ਸੈਂਟਰ ਆਫ ਕਰਵੇਚਰ ਤੇ ਫੋਕਸ ਦੇ ਵਿਚਕਾਰ, ਯਾਨੀ ਕਿ ਬਿਟਵੀਨ C ਐਂਡ F, ਤਾਂ ਕੀ ਹੋਊਗਾ। ਦੇਖੋ ਆ ਹੋ ਗਿਆ ਆਬਜੈਕਟ AB, ਇਹਦੇ ਤੋਂ ਆ ਲਾਈਟ ਰੇ ਗਈ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ, ਇਹਨੇ ਤੇ ਫੋਕਸ ਤੋਂ ਹੀ ਜਾਣਾ ਰਿਫਲੈਕਟ ਹੋ ਕੇ, ਆ ਤੇ ਹੋ ਗਿਆ। ਜਿਹੜੀ ਆ ਉੱਪਰ ਗਈ ਆ ਹਨਾ, ਇਹ ਜਿਸ ਐਂਗਲ ਤੇ ਤਿਰਛੀ ਜਾਂਦੀ ਆ ਉਸੇ ਐਂਗਲ ਤੇ ਵਾਪਸ ਆਉਂਦੀ ਹੈ ਤੇ ਸੈਂਟਰ ਆਫ ਕਰਵੇਚਰ ਤੋਂ ਨਿਕਲ ਕੇ ਜਾਂਦੀ, ਠੀਕ ਆ। ਆ ਸੈਂਟਰ ਆਫ ਕਰਵੇਚਰ ਤੋਂ ਨਿਕਲ ਕੇ ਜਾ ਰਹੀ, ਜਿੱਥੇ ਆਹ ਵਾਲੀ ਰਿਫਲੈਕਟਿਡ ਰੇ ਤੇ ਆਹ ਵਾਲੀ ਰਿਫਲੈਕਟਿਡ ਰੇ, ਯਾਨੀ ਕਿ ਜਿਹੜੀ ਸੈਂਟਰ ਆਫ ਕਰਵੇਚਰ ਤੋਂ ਨਿਕਲ ਕੇ ਆ ਰਹੀ ਹੈ ਉਹ ਵਾਲੀ ਰਿਫਲੈਕਟਿਡ ਰੇ ਤੇ ਜਿਹੜੀ ਫੋਕਸ ਤੋਂ ਨਿਕਲ ਕੇ ਆ ਰਹੀ ਉਹ ਰਿਫਲੈਕਟਿਡ ਰੇ, ਜਿੱਥੇ ਮਿਲਦੀਆਂ ਨੇ ਉੱਥੇ ਇਮੇਜ ਬਣੂ, ਠੀਕ ਆ। ਆ ਪੁਆਇੰਟ ਆਫ ਇੰਟਰਸੈਕਸ਼ਨ ਹੋ ਗਿਆ ਜਿੱਥੇ ਇਮੇਜ ਬਣਦੀ ਪਈ ਆ। ਹੁਣ ਇਸ ਕੇਸ ਦੇ ਵਿੱਚ ਵੀ ਕੀ ਆ ਵੀ ਇਮੇਜ ਪੁੱਠੀ ਬਣਦੀ ਪਈ। ਦੇਖੋ ਆ ਕੀ ਆ, ਆਬਜੈਕਟ ਇਹਦਾ A ਉੱਪਰ ਵਾਲੇ ਪਾਸੇ ਆ, ਇਮੇਜ ਦਾ A ਡੈਸ਼ ਥੱਲੇ ਵਾਲੇ ਪਾਸੇ ਆ, ਪੁੱਠੀ ਹੋ ਗਈ। ਲੇਕਿਨ ਜੇ ਆਪਾਂ ਸਾਈਜ਼ ਦੀ ਗੱਲ ਕਰੀਏ, ਦੇਖੋ AB ਯਾਨੀ ਕਿ ਆਬਜੈਕਟ ਛੋਟਾ ਲੱਗਦਾ ਪਿਆ, ਲੇਕਿਨ ਉਹਦੀ ਇਮੇਜ ਆ ਜਿਹੜਾ ਪ੍ਰਤੀਬਿੰਬ ਆ ਉਹ ਵੱਡਾ ਲੱਗਦਾ ਪਿਆ, ਯਾਨੀ ਕਿ ਪ੍ਰਤੀਬਿੰਬ ਆਬਜੈਕਟ ਨਾਲੋਂ ਵੱਡਾ ਹੋਊ। ਸੋ ਇਹਨਾਂ ਦੋਵਾਂ ਕੇਸਾਂ ਨੂੰ ਆਪਾਂ ਇਦਾਂ ਸਮ ਅਪ ਕਰਦੇ ਹਾਂ ਵੀ ਜੇ ਆਬਜੈਕਟ C ਤੇ ਆ, ਯਾਨੀ ਕਿ ਸੈਂਟਰ ਆਫ ਕਰਵੇਚਰ ਤੇ ਆ, ਤੇ ਫਿਰ ਇਮੇਜ ਵੀ ਸੈਂਟਰ ਆਫ ਕਰਵੇਚਰ ਤੇ ਹੀ ਬਣਦੀ ਆ, ਸੇਮ ਸਾਈਜ਼ ਦੀ ਬਣਦੀ ਆ, ਲੇਕਿਨ ਰੀਅਲ ਐਂਡ ਇਨਵਰਟਿਡ। ਕਿਉਂ, ਕਿਉਂਕਿ ਇਹ ਦਰਪਣ ਦੇ ਸਾਹਮਣੇ ਬਣਦੀ ਪਈ ਆ, ਪੁੱਠੀ ਬਣਦੀ ਪਈ ਆ, ਵਾਸਤਵਿਕ ਹੈ ਲੇਕਿਨ ਉਲਟੀ ਹੈ। ਜੇ ਆਬਜੈਕਟ ਹੈਗਾ ਬਿਟਵੀਨ C ਐਂਡ F, ਠੀਕ ਹੈ, ਤੇ ਫਿਰ ਇਮੇਜ ਕਿੱਥੇ ਬਣਦੀ ਪਈ, ਬਿਯੋਂਡ C ਬਣਦੀ ਪਈ, ਲੇਕਿਨ ਵੱਡੀ ਬਣਦੀ ਪਈ, ਐਨਲਾਰਜਡ ਹੈ, ਲੇਕਿਨ ਨੇਚਰ ਸੇਮ ਹੀ ਆ, ਰੀਅਲ ਐਂਡ ਇਨਵਰਟਿਡ, ਯਾਨੀ ਕਿ ਵਾਸਤਵਿਕ ਤੇ ਉਲਟੀ। ਪੰਜਵਾਂ ਕੇਸ ਲੈਂਦੇ ਆ ਵੀ ਜੇ ਜਿਹੜਾ ਆਬਜੈਕਟ ਹੈ ਬਿਲਕੁਲ ਫੋਕਸ ਦੇ ਉੱਤੇ ਹੀ ਪਿਆ, ਫਿਰ ਕੀ ਹੋਊਗਾ। ਦੇਖੋ ਇਹਦੇ ਤੋਂ ਜਿਹੜੀ ਆ ਗਈ ਆ ਲਾਈਟ ਰੇ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ, ਉਹਨੇ ਤੇ ਫੋਕਸ ਤੋਂ ਨਿਕਲ ਕੇ ਜਾਣਾ, ਤੇ ਜਿਹੜੀ ਇਹ ਤੋਂ ਤਿਰਛੀ ਗਈ ਉਹਨੇ ਸੈਂਟਰ ਆਫ ਕਰਵੇਚਰ ਤੋਂ ਨਿਕਲ ਕੇ ਜਾਣਾ, ਠੀਕ ਹੈ। ਯਾਨੀ ਕਿ ਇਨਸੀਡੈਂਟ ਜਦੋਂ ਹੁੰਦੀ ਸੈਂਟਰ ਆਫ ਕਰਵੇਚਰ ਤੋਂ, ਰਿਫਲੈਕਟ ਵੀ ਸੈਂਟਰ ਆਫ ਕਰਵੇਚਰ ਤੋਂ ਹੀ ਹੁੰਦੀ ਪਈ। ਇਹ ਕਿੱਥੇ ਮਿਲਣਗੀਆਂ, ਇਹ ਕਿਤੇ ਇਨਫਿਨਿਟੀ ਤੇ ਜਾ ਕੇ ਮਿਲਣਗੀਆਂ, ਉੱਥੇ ਫਿਰ ਜਾ ਕੇ ਕਿਤੇ ਇਮੇਜ ਬਣੂਗੀ, ਲੇਕਿਨ ਬਣੂਗੀ ਵੱਡੀ ਇਮੇਜ, ਲੇਕਿਨ ਬਣੂਗੀ ਰੀਅਲ, ਕਿਉਂਕਿ ਦਰਪਣ ਦੇ ਸਾਹਮਣੇ ਪਾਸੇ ਹੀ ਇਮੇਜ ਬਣਨੀ ਆ। ਛੇਵਾਂ ਕੇਸ ਕੀ ਹੈਗਾ ਵੀ ਜੇ ਜਿਹੜਾ ਆਬਜੈਕਟ ਹੈ ਉਹ ਫੋਕਸ ਔਰ ਪੋਲ ਦੇ ਵਿਚਕਾਰ ਹੈ, ਯਾਨੀ ਕਿ ਧਰੁਵ ਤੇ ਜਿਹੜਾ ਮੁੱਖ ਫੋਕਸ ਹੈ ਉਹਦੇ ਵਿਚਕਾਰ ਹੈ, ਫਿਰ ਕੀ ਹੋਊਗਾ।
ਦੇਖੋ ਇਹ ਜਿਹੜਾ ਆਬਜੈਕਟ ਹੈ ਇਹਦੇ ਤੋਂ ਆ ਇੱਕ ਜਿਹੜੀ ਸੈਂਟਰ ਆਫ ਕਰਵੇਚਰ ਤੋਂ ਨਿਕਲ ਕੇ ਜਾਂਦੀ ਆ ਇਨਸੀਡੈਂਟ ਰੇ, ਉਹ ਸੈਂਟਰ ਆਫ ਕਰਵੇਚਰ ਤੋਂ ਹੀ ਰਿਫਲੈਕਟ ਹੁੰਦੀ ਆ। ਜਿਹੜੀ ਆ ਲਾਈਟ ਰੇਜ਼ ਜਾ ਰਹੀ ਆ ਇਹ ਪੋਲ ਦੇ ਉੱਤੇ ਜਾ ਕੇ ਸਟ੍ਰਾਈਕ ਕਰਦੀ ਆ। ਸੋ ਇਹ ਜਿੱਦਾਂ ਜਿਸ ਐਂਗਲ ਤੇ ਪੁਆਇੰਟ ਆਫ ਇਨਸੀਡੈਂਸ ਦੇ ਉੱਤੇ ਜਾ ਕੇ ਸਟ੍ਰਾਈਕ ਕਰੂਗੀ ਉਸੇ ਐਂਗਲ ਤੇ ਰਿਫਲੈਕਟ ਕਰੂਗੀ, ਠੀਕ ਹੈ ਨਾ। ਇਸ ਕੇਸ 'ਚ ਕੀ ਹੁੰਦਾ ਵੀ ਆ ਪ੍ਰਿੰਸੀਪਲ ਐਕਸਿਸ ਨਾਰਮਲ ਹੋ ਜਾਂਦਾ। ਸੋ ਆ ਜਿਹੜਾ ਐਂਗਲ ਇੱਥੇ ਆਈ ਬਣਦਾ ਉਹ ਬਰਾਬਰ ਹੁੰਦਾ ਐਂਗਲ ਆਰ ਦੇ। ਸੋ ਜਿਸ ਐਂਗਲ ਤੇ ਇਨਸੀਡੈਂਸ ਹੁੰਦੀ ਕੋਈ ਲਾਈਟ ਰੇ ਉਸੇ ਐਂਗਲ ਦੇ ਉੱਤੇ ਰਿਫਲੈਕਟ ਹੁੰਦੀ ਆ। ਆਪਾਂ ਕੀ ਕਰਨਾ ਵੀ ਇਹ ਜਿਹੜੀਆਂ ਲਾਈਟ ਰੇਜ਼ ਨੇ ਨਾ ਇਹਨਾਂ ਨੂੰ ਇਸ ਦਰਪਣ ਦੇ ਪਿਛਲੇ ਵਾਲੇ ਪਾਸੇ ਡਾਇਰੈਕਟ ਕਰਨਾ ਆ ਡਾਟਡ ਲਾਈਨਸ ਦੀ ਫਾਰਮੇਸ਼ਨ 'ਚ। ਸੋ ਇੱਕ ਆ ਰਿਫਲੈਕਟਡ ਰੇ ਆ, ਇੱਕ ਆ ਰਿਫਲੈਕਟਡ ਰੇ ਆ, ਇਹਨਾਂ ਦੋਵਾਂ ਨੂੰ ਪਿਛਲੇ ਪਾਸੇ ਪ੍ਰੋਜੈਕਟ ਕਰੋ। ਆ ਡਾਟਡ ਲਾਈਨ ਇੱਧਰ ਬਣਾਓ ਤੇ ਇਹਦੀ ਡਾਟਡ ਲਾਈਨ ਇੱਧਰ ਬਣਾਓ। ਕਿੱਥੇ ਮਿਲਦੀਆਂ ਦੋਨੋਂ ਲਾਈਨਸ? ਇੱਥੇ ਮਿਲਦੀਆਂ, ਇੱਥੇ ਹੀ ਇਮੇਜ ਬਣੂਗੀ। ਸੋ ਇਮੇਜ ਕਿੱਥੇ ਬਣੀ ਆ? ਮਿਰਰ ਦੇ ਪਿੱਛੇ ਬਣੀ ਆ, ਦਰਪਣ ਦੇ ਪਿੱਛੇ ਬਣੀ ਆ। ਇਹੋ ਇੱਕ ਇਕਲੌਤਾ ਕੇਸ ਹੁੰਦਾ ਜਦੋਂ ਕਿ ਕਨਕੇਵ ਮਿਰਰ ਦੇ ਕੇਸ ਦੇ ਵਿੱਚ ਇਮੇਜ ਜਿਹੜੀ ਆ ਉਹ ਦਰਪਣ ਦੇ ਪਿੱਛੇ ਬਣਦੀ ਆ ਔਰ ਸਿੱਧੀ ਬਣਦੀ ਆ। ਦੇਖੋ ਆਬਜੈਕਟ ਦਾ ਏ ਉੱਪਰ ਵਾਲੇ ਪਾਸੇ ਤੇ ਇਮੇਜ ਦਾ ਵੀ ਏ ਡੈਸ਼ ਉੱਪਰ ਵਾਲੇ ਪਾਸੇ, ਯਾਨੀ ਕਿ ਸਿੱਧੀ ਬਣੂਗੀ, ਲੇਕਿਨ ਬਣਦੀ ਪਈ ਆ ਮਿਰਰ ਦੇ ਪਿਛਲੀ ਸਾਈਡ ਤੇ। ਸਾਈਜ਼ ਦੇਖ ਲਓ, ਆਬਜੈਕਟ ਛੋਟਾ ਲੱਗਦਾ ਪਿਆ, ਇਮੇਜ ਵੱਡੀ ਲੱਗਦੀ ਪਈ, ਯਾਨੀ ਕਿ ਵੱਡੀ ਇਮੇਜ ਬਣੂਗੀ। ਸੋ ਇਹਨੂੰ ਵੀ ਸਮ ਅਪ ਕਰਦੇ ਆ ਵੀ ਜੇ ਆਬਜੈਕਟ ਐਫ ਤੇ ਆ ਯਾਨੀ ਕਿ ਫੋਕਸ ਦੇ ਉੱਤੇ ਆ, ਇਮੇਜ ਕਿਤੇ ਇਨਫਿਨਿਟੀ ਤੇ ਜਾ ਕੇ ਬਣੂਗੀ ਲੇਕਿਨ ਵੱਡੀ ਬਣੂਗੀ, ਰੀਅਲ ਐਂਡ ਇਨਵਰਟਿਡ ਹੋਊਗੀ। ਤੇ ਛੇਵਾਂ ਕੇਸ ਕੀ ਆ? ਜੇ ਜਿਹੜਾ ਆਬਜੈਕਟ ਹੈ ਬਿਟਵੀਨ ਪੀ ਐਂਡ ਐਫ ਆ, ਠੀਕ ਆ, ਇਮੇਜ ਕਿੱਥੇ ਬਣੂਗੀ? ਬਿਹਾਈਂਡ ਦਾ ਮਿਰਰ। ਬਸ ਆਈਓ ਇੱਕ ਇਕੱਲਾ ਕੇਸ ਆ ਜਿਸ 'ਚ ਬਿਹਾਈਂਡ ਦਾ ਮਿਰਰ ਇਮੇਜ ਬਣਦੀ ਆ, ਵੱਡੀ ਬਣਦੀ ਆ। ਸੋ ਇਹੋ ਜਿਹੀ ਜਿਹੜੀ ਇਮੇਜ ਹੁੰਦੀ ਆ ਜਿਹੜੀ ਕਿ ਸ਼ੀਸ਼ੇ ਦੇ ਪਿੱਛੇ ਬਣਦੀ ਉਹਨੂੰ ਵਰਚੁਅਲ ਇਮੇਜ ਕਹਿੰਦੇ ਆ। ਸੋ ਵਰਚੁਅਲ ਤੇ ਇਰੈਕਟ ਇਮੇਜ ਇੱਥੇ ਬਣਦੀ ਆ। ਆ 6 ਦੇ 6 ਕੇਸ ਜਰਾ ਆਪਾਂ ਹੁਣ ਰਿਵਾਈਜ਼ ਕਰ ਲੈਂਦੇ ਆ ਵੀ ਜੇ ਜਿਹੜਾ ਆਬਜੈਕਟ ਅਨੰਤ ਤੇ ਆ ਤੇ ਉਹਦਾ ਇਮੇਜ ਯਾਨੀ ਕਿ ਪ੍ਰਤੀਬਿੰਬ ਕਿੱਥੇ ਬਣਦਾ? ਫੋਕਸ ਤੇ। ਪੁਆਇੰਟ ਸਾਈਜ਼ ਹੁੰਦਾ ਇੰਨਾ ਛੋਟਾ ਔਰ ਪ੍ਰਤੀਬਿੰਬ ਕਿਹੜਾ? ਵਾਸਤਵਿਕ ਤੇ ਉਲਟਾ। ਜੇ ਜਿਹੜਾ ਆਬਜੈਕਟ ਹੈ ਉਹ ਸੈਂਟਰ ਆਫ ਕਰਵੇਚਰ ਤੋਂ ਪਰੇ ਆ ਤੇ ਫਿਰ ਪ੍ਰਤੀਬਿੰਬ ਕਿੱਥੇ ਬਣਦਾ? ਐਫ ਐਂਡ ਸੀ ਦੇ ਵਿਚਕਾਰ ਬਣਦਾ ਲੇਕਿਨ ਛੋਟਾ ਹੀ ਹੈ। ਲੇਕਿਨ ਨੇਚਰ ਕੀ ਹੈ ਪ੍ਰਤੀਬਿੰਬ ਦਾ? ਵਾਸਤਵਿਕ ਤੇ ਉਲਟਾ। ਜੇ ਸੈਂਟਰ ਆਫ ਕਰਵੇਚਰ ਦੇ ਉੱਤੇ ਹੀ ਪਿਆ ਹੋਵੇ ਆਬਜੈਕਟ ਤੇ ਇਮੇਜ ਵੀ ਸੈਂਟਰ ਆਫ ਕਰਵੇਚਰ ਤੇ ਹੀ ਬਣੂਗੀ, ਸੇਮ ਸਾਈਜ਼ ਦੀ ਬਣੂਗੀ। ਬਸ ਰੇ ਡਾਇਗਰਾਮ ਹੁਣ ਤੁਹਾਡੇ ਮਾਈਂਡ 'ਚ ਹੋਣੀ ਚਾਹੀਦੀ ਆ। ਸਾਰਾ ਇਹ ਟੇਬਲ ਜਿਹੜਾ ਹੈਗਾ ਉਹ ਆਪਣੇ ਦਿਮਾਗ 'ਚ ਹੀ ਆ ਜਾਊਗਾ। ਇਮੇਜ ਕਿਹੋ ਜੀ? ਵਾਸਤਵਿਕ ਤੇ ਉਲਟੀ ਇਮੇਜ। ਜੇ ਆਬਜੈਕਟ ਸੀ ਐਂਡ ਐਫ ਦੇ ਵਿਚਕਾਰ ਹੋਵੇ, ਪ੍ਰਤੀਬਿੰਬ ਕਿੱਥੇ ਬਣਦਾ? ਸੈਂਟਰ ਆਫ ਕਰਵੇਚਰ ਤੋਂ ਪਰੇ ਬਣਦਾ, ਵੱਡਾ ਬਣਦਾ, ਲੇਕਿਨ ਵਾਸਤਵਿਕ ਤੇ ਉਲਟਾ ਹੀ ਆ। ਲੇਕਿਨ ਜੇ ਜਿਹੜਾ ਹੈਗਾ ਆਬਜੈਕਟ ਉਹ ਫੋਕਸ ਉੱਤੇ ਆ ਤੇ ਫਿਰ ਪ੍ਰਤੀਬਿੰਬ ਕਿੱਥੇ ਬਣਦਾ? ਅਨੰਤ ਉੱਤੇ। ਹੁਣ ਜੇ ਤੁਸੀਂ ਧਿਆਨ ਨਾਲ ਦੇਖੋ ਨਾ ਵੀ ਜਦੋਂ ਆਬਜੈਕਟ ਅਨੰਤ ਉੱਤੇ ਸੀਗਾ, ਠੀਕ ਹੈ, ਤੇ ਇਮੇਜ ਕਿੱਥੇ ਬਣਦੀ ਸੀ? ਫੋਕਸ ਤੇ। ਤੇ ਜੇ ਆਬਜੈਕਟ ਫੋਕਸ ਤੇ ਆ ਗਿਆ ਇਮੇਜ ਅਨੰਤ ਤੇ ਹੋ ਗਈ, ਯਾਨੀ ਕਿ ਆਹ ਵਾਲਾ ਕੇਸ ਤੇ ਆਹ ਵਾਲਾ ਕੇਸ ਆਪਸ 'ਚ ਓਪੋਜ਼ਿਟ ਹੋ ਗਏ, ਠੀਕ ਹੈ। ਜੇ ਆਬਜੈਕਟ ਅਨੰਤ ਤੇ ਇਮੇਜ ਫੋਕਸ ਤੇ, ਜੇ ਆਬਜੈਕਟ ਫੋਕਸ ਤੇ ਇਮੇਜ ਅਨੰਤ ਤੇ। ਬਸ ਇਹਨੂੰ ਯਾਦ ਕਰਨਾ ਸੌਖਾ ਹੋ ਜੂ ਤੁਹਾਡੇ ਲਈ। ਲੇਕਿਨ ਪ੍ਰਤੀਬਿੰਬ ਦਾ ਸਾਈਜ਼ ਵੱਡਾ ਹੁੰਦਾ ਔਰ ਵਾਸਤਵਿਕ ਤੇ ਉਲਟਾ ਪ੍ਰਤੀਬਿੰਬ ਬਣਦਾ। ਲਾਸਟ ਕੇਸ ਕੀ ਸੀਗਾ? ਜੇ ਆਬਜੈਕਟ ਐਫ ਤੇ ਪੀ ਦੇ ਵਿਚਕਾਰ ਹੋਵੇ, ਯਾਨੀ ਕਿ ਮੁੱਖ ਫੋਕਸ ਤੇ ਧਰੁਵ ਦੇ ਵਿਚਕਾਰ ਹੋਵੇ। ਫਿਰ ਆ ਇੱਕੋ ਹੀ ਕੇਸ ਆ ਜਿਹਦੇ ਵਿੱਚ ਕਿ ਜਿਹੜੀ ਇਮੇਜ ਆ ਉਹ ਦਰਪਣ ਦੇ ਪਿੱਛੇ ਬਣਦੀ ਆ, ਵੱਡੀ ਬਣਦੀ ਆ, ਯਾਨੀ ਕਿ ਆਭਾਸੀ ਇਮੇਜ ਹੋ ਗਈ ਲੇਕਿਨ ਸਿੱਧੀ ਹੋ ਗਈ। ਸੋ ਜਦੋਂ ਵੀ ਦਰਪਣ ਦੇ ਪਿੱਛੇ ਕੋਈ ਪ੍ਰਤੀਬਿੰਬ ਬਣੂਗਾ ਉਹਨੂੰ ਅਸੀਂ ਆਭਾਸੀ ਕਹਿ ਦਾਂਗੇ। ਜਿੰਨੇ ਵੀ ਜਿਹੜੇ ਪ੍ਰਤੀਬਿੰਬ ਦਰਪਣ ਦੇ ਸਾਹਮਣੇ ਬਣਦੇ ਪਏ ਆ ਉਹ ਕੀ ਆ? ਵਾਸਤਵਿਕ। ਜਿਹੜਾ ਪਿੱਛੇ ਬਣਦਾ ਪਿਆ ਉਹ ਆਭਾਸੀ। ਤੇ ਇਹੀਓ ਇੱਕ ਇਕਲੌਤਾ ਕੇਸ ਹੈ ਕਨਕੇਵ ਮਿਰਰ ਦੇ ਕੇਸ ਜਿਹਦੇ 'ਚ ਆਭਾਸੀ ਤੇ ਸਿੱਧੀ ਇਮੇਜ ਬਣਦੀ ਆ। ਲੱਗਦੇ ਹੱਥ ਇੱਕ ਵਾਰੀ ਆਪਾਂ ਜਿਹੜੇ ਆਪਣੇ ਅਵਤਲ ਦਰਪਣ ਨੇ ਯਾਨੀ ਕਿ ਕਨਕੇਵ ਮਿਰਰਸ ਨੇ ਉਹਨਾਂ ਦੇ ਯੂਜ਼ਸ ਵੀ ਰਿਵਾਈਜ਼ ਕਰ ਲੈਂਦੇ ਆ। ਜਿੰਨੀਆਂ ਵੀ ਟਾਰਚਿਸ ਹੁੰਦੀਆਂ ਨੇ ਜਾਂ ਸਰਚ ਲਾਈਟਸ ਹੁੰਦੀਆਂ ਨੇ ਜਾਂ ਫਿਰ ਜਿਹੜੇ ਸਾਡੇ ਮੋਟਰ ਵਹੀਕਲਸ ਉਹਨਾਂ ਦੀਆਂ ਹੈੱਡ ਲਾਈਟਸ ਹੁੰਦੀਆਂ ਨੇ ਉਹਨਾਂ ਵਿੱਚ ਕਨਕੇਵ ਮਿਰਰ ਜਿਹੜੇ ਨੇ ਉਹ ਐਜ਼ ਰਿਫਲੈਕਟਰਸ ਯੂਜ਼ ਕੀਤੇ ਜਾਂਦੇ ਨੇ ਤਾਂ ਕਿ ਸਾਨੂੰ ਪਾਵਰਫੁਲ ਤੇ ਪੈਰਲਲ ਬੀਮਸ ਆਫ ਲਾਈਟ ਮਿਲਣ। ਇਸੇ ਤਰ੍ਹਾਂ ਹੀ ਜਿਹੜੇ ਮੇਕਅਪ ਮਿਰਰਸ ਹੁੰਦੇ ਨੇ ਜਾਂ ਜਿਹੜੇ ਸ਼ੇਵਿੰਗ ਮਿਰਰਸ ਹੁੰਦੇ ਨੇ ਉਹ ਕਨਕੇਵ ਮਿਰਰਸ ਤੋਂ ਬਣਦੇ ਆ ਤਾਂ ਕਿ ਸਾਡੀ ਇਮੇਜ ਵੱਡੀ ਨਜ਼ਰ ਆਵੇ, ਠੀਕ ਹੈ ਨਾ। ਆ ਦੇਖੋ ਇਮੇਜ ਕਿੱਡੀ ਵੱਡੀ ਨਜ਼ਰ ਆ ਰਹੀ। ਜਿਹੜੇ ਡੈਂਟਿਸਟ ਨੇ, ਦੰਦਾਂ ਦੇ ਡਾਕਟਰ, ਉਹ ਜਦੋਂ ਸਾਡੇ ਦੰਦਾਂ ਦੀ ਇਮੇਜ ਵੇਖਦੇ ਆ ਉਹ ਵੀ ਕਨਕੇਵ ਮਿਰਰ ਯੂਜ਼ ਕਰਦੇ ਆ। ਤੇ ਜਿਹੜੀਆਂ ਸੋਲਰ ਫਰਨੇਸਿਸ ਹੁੰਦੀਆਂ ਜਾਂ ਸੋਲਰ ਕੁੱਕਰ ਹੁੰਦੇ ਨੇ ਉਹਦੇ ਵਿੱਚ ਇੱਕ ਹੀ ਪੁਆਇੰਟ ਦੇ ਉੱਤੇ ਜਿਹੜੀ ਸੋਲਰ ਲਾਈਟ ਹੁੰਦੀ ਹੈ ਨਾ ਉਹਨੂੰ ਫੋਕਸ ਕੀਤਾ ਜਾਂਦਾ, ਉਹਦੇ ਲਈ ਵੀ ਆਪਾਂ ਕਨਕੇਵ ਮਿਰਰ ਜਿਹੜੇ ਨੇ ਉਹ ਯੂਜ਼ ਕਰਦੇ ਤਾਂ ਕਿ ਲਾਈਟ ਕੰਸਨਟਰੇਟ ਹੋ ਜਾਏ ਇੱਕ ਹੀ ਪੁਆਇੰਟ ਤੇ।
ਹੁਣ ਆਪਾਂ ਗੱਲ ਕਰਦੇ ਹਾਂ ਕਿ ਕਨਵੈਕਸ ਮਿਰਰ ਜਿਹੜੇ ਨੇ ਉਹਨਾਂ ਦੇ ਉੱਤੇ ਇਮੇਜ ਕਿੱਦਾਂ ਬਣਦੀ, ਯਾਨੀ ਕਿ ਉੱਤਲ ਦਰਪਣ ਦੇ ਉੱਤੇ ਪ੍ਰਤੀਬਿੰਬ ਦੀ ਫਾਰਮੇਸ਼ਨ ਕਿੱਦਾਂ ਹੁੰਦੀ ਆ। ਇਹਦੇ ਵਿੱਚ ਨਾ ਆਪਾਂ ਦੋ ਹੀ ਕੇਸ ਲੈਣੇ, ਇੱਕ ਤਾਂ ਲੈਣਾ ਕਿ ਜਦੋਂ ਆਬਜੈਕਟ ਇਨਫਿਨਿਟੀ ਤੇ ਆ, ਤੇ ਦੂਜਾ ਕਿਹੜਾ ਇਨਫਿਨਿਟੀ ਤੇ ਪੋਲ ਦੇ ਵਿਚਕਾਰ ਆ। ਬਸ ਆ ਦੋ ਕੇਸ ਲੈਣੇ। ਸੋ ਪਹਿਲਾ ਕੇਸ ਕੀ ਆ, ਆਬਜੈਕਟ ਕਿੱਥੇ ਖੜਾ, ਇਨਫਿਨਿਟੀ ਤੇ। ਤਾਂ ਇਨਫਿਨਿਟੀ ਤੋਂ ਜਿਹੜਾ ਆਬਜੈਕਟ ਤੋਂ ਲਾਈਟ ਰੇਜ਼ ਆ ਰਹੀਆਂ ਨੇ ਉਹ ਇਸ ਕਨਵੈਕਸ ਮਿਰਰ ਦੇ ਨਾਲ ਜਦੋਂ ਸਟ੍ਰਾਈਕ ਕਰਦੀਆਂ ਤੇ ਡਾਈਵਰਜ ਕਰ ਜਾਂਦੀਆਂ, ਕਿਉਂਕਿ ਇਹ ਡਾਈਵਰਜਿੰਗ ਮਿਰਰ ਹੁੰਦਾ, ਠੀਕ ਹੈ ਨਾ। ਆ ਜਿਹੜੀਆਂ ਰਿਫਲੈਕਟਿਡ ਰੇਜ਼ ਨੇ ਜਿਹੜੀਆਂ ਡਾਈਵਰਜ ਕਰ ਗਈਆਂ, ਇਹਨਾਂ ਨੂੰ ਸ਼ੀਸ਼ੇ ਦੇ ਪਿਛਲੇ ਵਾਲੇ ਪਾਸੇ ਡਾਇਰੈਕਟ ਕਰੋ ਆ ਡਾਟਡ ਲਾਈਨਸ ਦੇ ਨਾਲ। ਕਿੱਥੇ ਮਿਲਦੀਆਂ, ਫੋਕਸ ਤੇ ਮਿਲਦੀਆਂ ਪਈਆਂ, ਤੇ ਫੋਕਸ ਤੇ ਹੀ ਇਮੇਜ ਬਣੂਗੀ, ਲੇਕਿਨ ਇਮੇਜ ਪੁਆਇੰਟ ਸਾਈਜ਼ ਦੀ ਬਣੂਗੀ, ਬਹੁਤ ਛੋਟੀ ਬਣੂਗੀ, ਠੀਕ ਹੈ। ਸੋ ਜਦੋਂ ਆਬਜੈਕਟ ਇਨਫਿਨਿਟੀ ਤੇ ਆ, ਇਮੇਜ ਕਿੱਥੇ ਬਣਦੀ ਆ, ਫੋਕਸ ਤੇ ਬਣਦੀ ਹੈ, ਲੇਕਿਨ ਬਿਹਾਈਂਡ ਦਾ ਮਿਰਰ ਬਣਦੀ ਹੈ, ਪੁਆਇੰਟ ਸਾਈਜ਼ਡ, ਬਹੁਤ ਛੋਟੀ, ਲੇਕਿਨ ਇਰੈਕਟ ਆ, ਸਿੱਧੀ ਬਣੂਗੀ। ਤੇ ਜਦੋਂ ਵੀ ਦਰਪਣ ਦੇ ਪਿੱਛੇ ਬਣੇ ਇਮੇਜ, ਉਹਨੂੰ ਅਸੀਂ ਵਰਚੁਅਲ ਜਾਂ ਆਭਾਸੀ ਇਮੇਜ ਕਹਿੰਦੇ ਆ, ਤੇ ਇਹ ਸਿੱਧੀ ਹੁੰਦੀ ਆ। ਦੂਜਾ ਕੇਸ ਲੈ ਲੈਂਦੇ ਆ ਵੀ ਜਦੋਂ ਆਬਜੈਕਟ ਜਿਹੜਾ ਹੈਗਾ ਇਨਫਿਨਿਟੀ ਤੇ ਪੋਲ, ਯਾਨੀ ਕਿ ਧਰੁਵ, ਇਹਦੇ ਵਿਚਕਾਰ ਆ, ਅਨੰਤ ਤੇ ਧਰੁਵ ਦੇ ਵਿਚਕਾਰ ਆ। ਫਿਰ ਇਹਦੇ ਤੋਂ ਜਿਹੜੀਆਂ ਲਾਈਟ ਰੇਜ਼ ਜਾਣਗੀਆਂ, ਰਿਫਲੈਕਟ ਕਰਨਗੀਆਂ, ਠੀਕ ਹੈ ਨਾ। ਆ ਜਿਹੜੀਆਂ ਰਿਫਲੈਕਟਿਡ ਰੇਜ਼ ਨੇ ਇਹਨਾਂ ਨੂੰ ਪਿਛਲੇ ਵਾਲੇ ਪਾਸੇ ਆ ਪ੍ਰੋਜੈਕਟ ਕਰ ਲੈਂਦੇ ਆ, ਠੀਕ ਹੈ। ਆ ਹੈਗੀ ਆ ਜਿਹੜੀ ਕਿ ਫੋਕਸ ਵੱਲ ਨੂੰ ਡਾਇਰੈਕਟ ਹੋ ਰਹੀ ਆ, ਆ ਹੈਗੀ ਜਿਹੜੀ ਸੈਂਟਰ ਆਫ ਕਰਵੇਚਰ ਵੱਲ ਨੂੰ ਡਾਇਰੈਕਟ ਹੋ ਰਹੀ ਹੈ। ਜਿੱਥੇ ਆ ਸੈਂਟਰ ਆਫ ਕਰਵੇਚਰ ਵਾਲੀ ਤੇ ਫੋਕਸ ਵਾਲੀ ਆ ਦੋਨੋਂ ਮਿਲਦੀਆਂ, ਇਸ ਪੁਆਇੰਟ ਦੇ ਉੱਤੇ ਇਮੇਜ ਬਣੂਗੀ, ਠੀਕ ਹੈ। ਕਿਉਂਕਿ ਦਰਪਣ ਦੇ ਪਿੱਛੇ ਬਣੂਗੀ, ਇਹ ਵੀ ਵਰਚੁਅਲ ਹੋ ਜਾਊਗੀ। ਔਰ ਪੋਜੀਸ਼ਨ ਕੀ ਆ ਇਹਦੀ, P ਔਰ F ਦੇ ਵਿਚਕਾਰ ਬਣੂਗੀ ਇਮੇਜ। ਸੋ ਜਦੋਂ ਆਬਜੈਕਟ ਜਿਹੜਾ ਬਿਟਵੀਨ ਇਨਫਿਨਿਟੀ ਐਂਡ ਪੋਲ ਹੋਵੇ, ਇਮੇਜ ਬਿਟਵੀਨ P ਐਂਡ F ਬਣਦੀ ਆ, ਦਰਪਣ ਦੇ ਪਿੱਛੇ ਛੋਟੀ ਬਣਦੀ ਹੈ, ਵਰਚੁਅਲ ਤੇ ਇਰੈਕਟ ਬਣਦੀ। ਦੇਖੋ ਹੈ ਸਿੱਧੀ ਆ। ਸੋ ਪੰਜਾਬੀ 'ਚ ਵੀ ਦੇਖ ਸਕਦੇ ਹਾਂ ਵੀ ਇਹਨੂੰ ਆਪਾਂ ਕਿੱਦਾਂ ਸਮ ਅਪ ਕਰਨਾ। ਜੇ ਜਿਹੜਾ ਆਬਜੈਕਟ ਜਾਂ ਜਿਹੜਾ ਬਿੰਬ ਹੈ ਉਹ ਅਨੰਤ ਤੇ ਆ, ਤੇ ਇਮੇਜ ਕਿੱਥੇ ਬਣਦੀ ਆ, ਫੋਕਸ ਦੇ ਉੱਤੇ ਬਣਦੀ ਆ, ਦਰਪਣ ਦੇ ਪਿੱਛੇ। ਔਰ ਪ੍ਰਤੀਬਿੰਬ ਦਾ ਸਾਈਜ਼ ਕੀ ਹੁੰਦਾ, ਬਹੁਤ ਛੋਟਾ, ਪੁਆਇੰਟ ਸਾਈਜ਼, ਬਿੰਦੂ ਦੇ ਸਾਈਜ਼ ਦਾ। ਨੇਚਰ ਕੀ ਆ ਪ੍ਰਤੀਬਿੰਬ ਦੀ, ਆਭਾਸੀ ਤੇ ਸਿੱਧੀ। ਇਹਦੇ 'ਚ ਦੋਨੋਂ ਇਹੋ ਬਣਨੀਆਂ, ਕਿਉਂਕਿ ਦੋਨੋਂ ਇਮੇजेस ਜਿਹੜੀਆਂ ਨੇ ਨਾ ਬਿਹਾਈਂਡ ਦਾ ਮਿਰਰ ਹੀ ਬਣਦੀਆਂ, ਇਸ ਕਰਕੇ ਆਭਾਸੀ ਤੇ ਸਿੱਧੀਆਂ ਬਣਨਗੀਆਂ। ਜੇ ਜਿਹੜਾ ਆਬਜੈਕਟ ਆ ਉਹ ਅਨੰਤ ਤੇ ਦਰਪਣ ਦੇ ਜਿਹੜਾ ਧਰੁਵ ਆ ਉਹਦੇ ਵਿਚਕਾਰ ਆ, ਯਾਨੀ ਕਿ ਬਿਟਵੀਨ ਇਨਫਿਨਿਟੀ ਐਂਡ P ਆ, ਇਮੇਜ ਕਿੱਥੇ ਬਣੂ, P ਐਂਡ F ਦੇ ਵਿਚਕਾਰ, ਛੋਟੀ ਬਣੂਗੀ, ਲੇਕਿਨ ਆਭਾਸੀ ਤੇ ਸਿੱਧੀ। ਲੱਗਦੇ ਹੱਥ ਹੁਣ ਆਪਾਂ ਉੱਤਲ ਦਰਪਣ ਦੇ ਯੂਜ਼ਸ ਵੀ ਜਰਾ ਰਿਵਾਈਜ਼ ਕਰ ਲੈਂਦੇ ਆ। ਕਨਵੈਕਸ ਮਿਰਰ ਕਿੱਥੇ ਯੂਜ਼ ਕਰਦੇ ਆ, ਜਿੰਨੀਆਂ ਸਾਡੀਆਂ ਸਟਰੀਟ ਲੈਂਪਸ ਹੁੰਦੀਆਂ ਉਹਨਾਂ 'ਚ ਯੂਜ਼ ਕਰਦੇ ਆ, ਸੋ ਦੈਟ ਜਿਹੜੀ ਲਾਈਟ ਹੈਗੀ ਆ ਉਹ ਡਾਈਵਰਜ ਕਰਕੇ ਜ਼ਿਆਦਾ ਤੋਂ ਜ਼ਿਆਦਾ ਏਰੀਆ ਕਵਰ ਕਰੇ, ਯਾਨੀ ਕਿ ਜ਼ਿਆਦਾ ਏਰੀਆ ਦੇ ਵਿੱਚ ਚਾਨਣ ਹੋ ਸਕੇ। ਕਨਵੈਕਸ ਮਿਰਰ ਜਿਹੜੇ ਨੇ ਉਹ ਜਿੰਨੇ ਵੀ ਸਾਡੇ ਆਟੋਮੋਬਾਈਲਸ ਹੁੰਦੇ ਨੇ, ਕਾਰਸ ਨੇ, ਟਰੱਕਸ ਨੇ, ਬੱਸਿਸ ਨੇ, ਉਹਨਾਂ ਦੇ ਰੀਅਰ ਵਿਊ ਮਿਰਰ ਵਜੋਂ ਵੀ ਵਰਤੇ ਜਾਂਦੇ ਆ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਆ ਪਿਛਲੀ ਟ੍ਰੈਫਿਕ ਉਹ ਨਜ਼ਰ ਆਵੇ। ਹੁਣ ਇਹਨਾਂ ਵਿੱਚ ਦੇਖ ਲਓ ਤੁਸੀਂ ਵੀ ਆਹ ਕਾਰ ਦਾ ਰੀਅਰ ਵਿਊ ਹੈ, ਕਾਫੀ ਏਰੀਆ ਜਿਹੜਾ ਟ੍ਰੈਫਿਕ ਦਾ ਪਿਛਲੇ ਪਾਸੇ ਦਾ ਉਹ ਇਹਦੇ 'ਚ ਨਜ਼ਰ ਆ ਰਿਹਾ, ਜਿਹਦੇ ਨਾਲ ਜਿਹੜਾ ਵੀ ਡਰਾਈਵਰ ਆ ਉਹਨੂੰ ਡਰਾਈਵ ਕਰਨਾ ਸੌਖਾ ਹੋ ਜਾਂਦਾ, ਵੀ ਪਿਛਲਾ ਪਤਾ ਲੱਗਦਾ ਰਹਿੰਦਾ ਕੀ ਆ। ਇਸ ਮਿਰਰ 'ਚ ਵੀ ਦੇਖ ਲਓ ਕਾਫੀ ਏਰੀਆ ਪਿਛਲਾ ਜਿਹੜਾ ਹੈਗਾ ਨਜ਼ਰ ਆ ਰਿਹਾ। ਸੋ ਇਮੇਜ ਦਾ ਸਾਈਜ਼ ਭਾਵੇਂ ਛੋਟਾ, ਲੇਕਿਨ ਕਾਫੀ ਪਿਛਲਾ ਏਰੀਆ ਜਿਹੜਾ ਨਾ ਇਹਦੇ 'ਚ ਕਵਰ ਹੋ ਜਾਂਦਾ। ਕਨਵੈਕਸ ਮਿਰਰ ਆਪਾਂ ATMs ਦੇ ਵਿੱਚ ਐਜ਼ ਅ ਸੇਫਟੀ ਮੈਜਰ ਵੀ ਯੂਜ਼ ਕਰਦੇ ਹਾਂ, ਸੋ ਦੈਟ ਵੀ ਜਿਹੜਾ ਬੰਦਾ ATM ਆਪਰੇਟ ਕਰਦਾ ਪਿਆ ਜਾਂ ਪੈਸੇ ਕਢਾਉਂਦਾ ਪਿਆ, ਉਹਨੂੰ ਆਪਣੇ ਪਿਛਲੇ ਪਾਸੇ ਦਾ ਪਤਾ ਲੱਗਦਾ ਰਹੇ ਵੀ ਕੀ ਹੋ ਰਿਹਾ। ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗਸ ਹੁੰਦੀਆਂ ਉਹਨਾਂ ਦੇ ਕਾਰਨਰਸ 'ਤੇ ਵੀ ਲੱਗੇ ਹੁੰਦੇ ਆ, ਜਾਂ ਕਈ ਵਾਰੀ ਜਿਹੜੀਆਂ ਸੜਕਾਂ ਦੇ ਮੋੜ ਹੁੰਦੇ, ਸਪੈਸ਼ਲੀ ਜਿਹੜੇ ਯੂ ਟਰਨ ਮੋੜ ਹੁੰਦੇ, ਉੱਥੇ ਵੀ ਆਪਾਂ ਕਨਵੈਕਸ ਮਿਰਰ ਲਗਾ ਦਿੰਦੇ ਆ, ਤਾਂ ਕਿ ਪਤਾ ਲੱਗ ਜਾਵੇ ਵੀ ਅੱਗੇ ਕੌਣ ਆ ਰਿਹਾ, ਜਿਹਦੇ ਨਾਲ ਐਕਸੀਡੈਂਟਸ ਤੋਂ ਬਚਾਅ ਹੋ ਸਕੇ। ਮੈਗਨੀਫਾਈਂਗ ਗਲਾਸ ਵੀ ਬਣਦੇ ਆ ਜੇ ਇਹਨਾਂ ਨੂੰ ਇੱਕ ਸਪੈਸ਼ਲ ਤਰੀਕੇ ਨਾਲ ਅਰੇਂਜ ਕੀਤਾ ਜਾਵੇ। ਤੇ ਜਿਹੜੀਆਂ ਧੁੱਪ ਦੀਆਂ ਐਨਕਾਂ ਉਹਦੇ 'ਚ ਵੀ ਯੂਜ਼ ਹੁੰਦੇ ਕਨਵੈਕਸ ਮਿਰਰ। ਇੱਕ ਨਾ ਕੁਐਸਚਨ ਆ ਜਾਂਦਾ ਹੁੰਦਾ ਵੀ ਕਨਵੈਕਸ ਮਿਰਰ ਜਿਹੜੇ ਨੇ ਉਹਨਾਂ ਨੂੰ ਆਪਾਂ ਰੀਅਰ ਵਿਊ ਮਿਰਰ ਦੀ ਤਰ੍ਹਾਂ ਕਿਉਂ ਯੂਜ਼ ਕਰਦੇ ਆ। ਦੋ ਹੀ ਕਾਰਨ ਨੇ। ਪਹਿਲੀ ਗੱਲ ਵੀ ਜਿਹੜੀ ਇਮੇਜ ਬਣਦੀ ਪਈ ਉਹ ਇਰੈਕਟ ਬਣਦੀ ਪਈ, ਸਿੱਧੀ ਬਣਦੀ ਪਈ। ਦੇਖੋ ਜਿਹੜਾ ਡਰਾਈਵਰ ਆ ਉਹਨੂੰ ਸਿੱਧਾ ਨਜ਼ਰ ਆ ਜਾਊਗਾ, ਉਹਨੂੰ ਜ਼ਿਆਦਾ ਕਲੈਰਿਟੀ ਹੋਊਗੀ, ਹੈ ਨਾ, ਇਹ ਫਾਇਦਾ ਹੀ ਹੈ ਨਾ। ਦੂਜਾ ਕੀ ਹੈ ਵੀ ਚਾਹੇ ਜਿਹੜੀ ਇਮੇਜ ਆ ਉਹਦਾ ਛੋਟਾ ਸਾਈਜ਼ ਹੁੰਦਾ, ਸਮੋਲਰ ਹੁੰਦਾ ਐਜ਼ ਕੰਪੇਅਰ ਟੂ ਦਾ ਸਾਈਜ਼ ਆਫ ਦਾ ਆਬਜੈਕਟ, ਲੇਕਿਨ ਉਹਦੇ ਕਰਕੇ ਕੀ ਹੁੰਦਾ ਵੀ ਇੱਕ ਮੱਚ ਲਾਰਜਰ ਏਰੀਆ ਜਿਹੜਾ ਨਾ ਟ੍ਰੈਫਿਕ ਦਾ ਉਹ ਕਵਰ ਹੋ ਜਾਂਦਾ। ਯਾਨੀ ਕਿ ਪਲੇਨ ਮਿਰਰ ਦੇ ਕੰਪੈਰੇਟਿਵਲੀ ਜਿਹੜਾ ਕਨਵੈਕਸ ਮਿਰਰ ਹੁੰਦਾ ਉਹਦੇ ਵਿੱਚ ਡਰਾਈਵਰ ਨੂੰ ਪਿੱਛੇ ਦਾ ਕਾਫੀ ਜ਼ਿਆਦਾ ਹਿੱਸਾ ਜਿਹੜਾ ਦਿਖਾਈ ਦੇ ਜਾਂਦਾ, ਜਿਹਦੇ ਨਾਲ ਡਰਾਈਵਿੰਗ ਜਿਹੜੀ ਆ ਉਹ ਸੇਫ ਹੋ ਜਾਂਦੀ ਆ। ਇਸ ਕਰਕੇ ਆਪਾਂ ਕਨਵੈਕਸ ਮਿਰਰ ਨੂੰ ਰੀਅਰ ਵਿਊ ਮਿਰਰ ਵਜੋਂ ਵੀ ਵਰਤਦੇ ਹਾਂ। ਜਦੋਂ ਹੁਣ ਅਸੀਂ ਜਿਹੜੇ ਗੋਲਾਕਾਰ ਦਰਪਣ ਨੇ ਨਾ ਇਹਨਾਂ ਨਾਲ ਰਿਲੇਟਡ ਨੂਮੈਰੀਕਲਸ ਕਰਨੇ ਆ, ਤਾਂ ਫਿਰ ਸਾਨੂੰ ਕੁਝ ਸਾਈਨ ਕਨਵੈਨਸ਼ਨਸ ਦੀ ਵੀ ਨੌਲੇਜ ਹੋਣੀ ਚਾਹੀਦੀ ਹੈ।
ਇਹ ਜਿਹੜੀਆਂ ਸਾਈਨ ਕਨਵੈਨਸ਼ਨਸ ਨੇ ਇਹਨੂੰ ਅਸੀਂ ਦ ਨਿਊ ਕਾਰਟੀਜ਼ੀਅਨ ਸਾਈਨ ਕਨਵੈਨਸ਼ਨ ਫॉर ਸਫੈਰੀਕਲ ਮਿਰਰਸ ਕਹਿੰਦੇ ਆ, ਯਾਨੀ ਕਿ ਗੋਲਾਕਾਰ ਦਰਪਣ ਵਾਸਤੇ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਸਾਈਨ ਕਨਵੈਨਸ਼ਨਸ। ਸੋ ਆ ਆਪਣੇ ਕੋਲ ਇੱਕ ਦਰਪਣ ਹੋ ਗਿਆ, ਚਾਹੇ ਇਹ ਕਨਕੇਵ ਹੋਵੇ ਜਾਂ ਕਨਵੈਕਸ ਹੋਵੇ, ਕੋਈ ਵੀ ਹੋਵੇ। ਵੈਸੇ ਇੱਥੇ ਕਨਕੇਵ ਨਜ਼ਰ ਆ ਰਿਹਾ, ਬਟ ਸਾਈਨ ਕਨਵੈਨਸ਼ਨਸ ਦੋਵਾਂ ਵਾਸਤੇ ਸੇਮ ਹੀ ਰਹਿਣਗੀਆਂ। ਠੀਕ ਹੈ, ਆ ਹੋ ਗਿਆ ਪ੍ਰਿੰਸੀਪਲ ਐਕਸਿਸ, ਯਾਨੀ ਕਿ ਐਕਸ ਐਕਸਿਸ ਹੋ ਗਿਆ, ਐਕਸ ਡੈਸ਼ ਤੋਂ ਐਕਸ ਤੱਕ ਐਕਸ ਐਕਸਿਸ ਹੋ ਗਿਆ। ਪਹਿਲੀ ਗੱਲ ਤੇ ਹੈਗੀ ਵੀ ਜਿਹੜਾ ਆਬਜੈਕਟ ਹੈ ਨਾ ਉਹ ਇਸ ਸ਼ੀਸ਼ੇ ਦੇ ਹਮੇਸ਼ਾ ਖੱਬੇ ਪਾਸੇ ਹੀ ਰੱਖਿਆ ਜਾਊਗਾ। ਬਸ ਆ ਇੱਕ ਰੂਲ ਆ। ਆਪਾਂ ਇਹ ਨਹੀਂ ਵੀ ਆਬਜੈਕਟ ਇੱਧਰ ਰੱਖ ਦਾਂਗੇ, ਨਹੀਂ, ਚਾਹੇ ਕਨਕੇਵ ਮਿਰਰ ਆ ਚਾਹੇ ਕਨਵੈਕਸ ਮਿਰਰ ਆ, ਖੱਬੇ ਪਾਸੇ ਜਿਹੜਾ ਹੁੰਦਾ ਨਾ ਆਪਾਂ ਆਬਜੈਕਟ ਰੱਖਣਾ। ਤੇ ਜਿਹੜਾ ਆਬਜੈਕਟ ਆ ਉਹਦਾ ਡਿਸਟੈਂਸ ਕਿੰਨਾ ਵਾ ਪੋਲ ਤੋਂ, ਜਾਂ ਹੋਰ ਜਿਹੜੇ ਵੀ ਆਪਾਂ ਫੋਕਸ ਦੇ ਜਾਂ ਸੈਂਟਰ ਆਫ ਕਰਵੇਚਰ ਦੇ ਡਿਸਟੈਂਸ ਆਪਾਂ ਪੋਲ ਤੋਂ ਮਿਲਣੇ ਆ, ਜਿਹੜੇ ਖੱਬੇ ਵਾਲੇ ਪਾਸੇ ਨੂੰ ਆਉਣਗੇ ਡਿਸਟੈਂਸ ਉਹ ਸਾਰੇ ਨੈਗੇਟਿਵ ਹੋਣਗੇ, ਤੇ ਜਿਹੜੇ ਸੱਜੇ ਪਾਸੇ ਨੂੰ ਆਉਣਗੇ ਉਹ ਸਾਰੇ ਪੋਜ਼ਿਟਿਵ ਹੋਣਗੇ। ਯਾਨੀ ਕਿ ਦਰਪਣ ਦੇ ਪਿਛਲੇ ਵਾਲੇ ਪਾਸੇ ਦੇ ਡਿਸਟੈਂਸ ਪੋਜ਼ਿਟਿਵ ਤੇ ਦਰਪਣ ਦੇ ਸਾਹਮਣੇ ਵਾਲੇ ਪਾਸੇ ਦੇ ਜਿਹੜੇ ਵੀ ਡਿਸਟੈਂਸ ਆਪਾਂ ਲੈਣੇ ਉਹ ਨੈਗੇਟਿਵ ਲੈਣੇ ਆ। ਅੱਛਾ, ਜੇ ਆਪਾਂ ਗੱਲ ਕਰੀਏ ਵੀ ਜਿੱਦਾਂ ਆਬਜੈਕਟ ਖੜਾ ਵਾ ਹੈ ਨਾ, ਜਾਂ ਆਪਾਂ ਕਹਿ ਦਈਏ ਵੀ ਕੋਈ ਡਿਸਟੈਂਸ ਆਪਾਂ ਲੈਣਾ ਵਾ ਪਰਪੈਂਡੀਕੂਲਰ ਟੂ ਦਾ ਪ੍ਰਿੰਸੀਪਲ ਐਕਸਿਸ, ਯਾਨੀ ਕਿ 90 ਡਿਗਰੀਜ਼ ਟੂ ਦਾ ਪ੍ਰਿੰਸੀਪਲ ਐਕਸਿਸ, ਤੇ ਜਿਹੜੀ ਚੀਜ਼ ਪ੍ਰਿੰਸੀਪਲ ਐਕਸਿਸ ਦੇ 90 ਡਿਗਰੀ ਉੱਪਰ ਵੱਲ ਨੂੰ ਜਾਊਗੀ ਉਹਦਾ ਡਿਸਟੈਂਸ ਪੋਜ਼ਿਟਿਵ ਤੇ ਲੈਣਾ, ਜਿਹੜੀ ਥੱਲੇ ਵੱਲ ਨੂੰ ਆਊਗੀ ਉਹਦਾ ਨੈਗੇਟਿਵ ਲੈਣਾ। ਸੋ ਇੱਕ ਵਾਰੀ ਫਿਰ ਦੁਬਾਰਾ ਰਿਵਾਈਜ਼ ਕਰ ਲੈਂਦੇ ਹਾਂ ਵੀ ਕੀ ਸਾਈਨ ਕਨਵੈਨਸ਼ਨਸ ਨੇ। ਆਬਜੈਕਟ ਕਿੱਧਰ ਰੱਖਣਾ, ਖੱਬੇ ਪਾਸੇ ਰੱਖਣਾ ਸ਼ੀਸ਼ੇ ਦੇ, ਯਾਨੀ ਕਿ ਜਿਹੜੀ ਲਾਈਟ ਆਬਜੈਕਟ ਤੋਂ ਆ ਕੇ ਮਿਰਰ ਤੇ ਡਿੱਗੂਗੀ ਉਹ ਖੱਬੇ ਪਾਸਿਓਂ ਹੀ ਆਊਗੀ। ਤੇ ਆਪਾਂ ਜਿੰਨੇ ਵੀ ਕੋਈ ਡਿਸਟੈਂਸ ਮੈਜਰ ਕਰਨੇ ਪ੍ਰਿੰਸੀਪਲ ਐਕਸਿਸ ਦੇ ਉੱਤੇ ਉਹ ਆਪਾਂ ਪੋਲ ਆਫ ਦਾ ਮਿਰਰ ਤੋਂ ਲੈਣੇ ਆ। ਇੱਕ ਇਹ ਵੀ ਰੂਲ ਹੋ ਗਿਆ। ਅੱਛਾ, ਜਿਹੜੇ ਵੀ ਡਿਸਟੈਂਸ ਆਪਾਂ ਪ੍ਰਿੰਸੀਪਲ ਐਕਸਿਸ ਦੇ ਉੱਤੇ ਲੈਣੇ ਆ ਹਨਾ, ਉਹ ਜਿਹੜੇ ਖੱਬੇ ਪਾਸੇ ਹੋਣਗੇ ਉਹ ਕੀ ਹੋਣਗੇ, ਉਹ ਨੈਗੇਟਿਵ ਹੋਣਗੇ, ਤੇ ਜਿਹੜੇ ਸੱਜੇ ਪਾਸੇ ਹੋਣਗੇ ਉਹ ਪੋਜ਼ਿਟਿਵ ਹੋਣਗੇ। ਸੋ ਖੱਬੇ ਪਾਸੇ ਨੈਗੇਟਿਵ, ਸੱਜੇ ਪਾਸੇ ਪੋਜ਼ਿਟਿਵ। ਜਿਹੜੇ ਡਿਸਟੈਂਸ ਆਪਾਂ ਲੈਣੇ ਆ ਪਰਪੈਂਡੀਕੂਲਰ ਟੂ ਐਂਡ ਅਬਵ ਦਾ ਪ੍ਰਿੰਸੀਪਲ ਐਕਸਿਸ, ਯਾਨੀ ਕਿ ਪ੍ਰਿੰਸੀਪਲ ਐਕਸਿਸ ਦੇ ਉੱਪਰ ਵੱਲ ਨੂੰ ਲੰਬ ਹੋਵੇ 90 ਡਿਗਰੀ ਤੇ, ਉੱਪਰ ਵੱਲ ਨੂੰ ਆ ਤੇ ਪੋਜ਼ਿਟਿਵ ਲੈ ਲਾਂਗੇ, ਥੱਲੇ ਵੱਲ ਨੂੰ ਆ ਤੇ ਨੈਗੇਟਿਵ ਲੈਣੇ ਆ। ਹੁਣ ਆਪਾਂ ਵੇਖਦੇ ਹਾਂ ਵੀ ਦਰਪਣ ਸੂਤਰ ਯਾਨੀ ਕਿ ਮਿਰਰ ਫਾਰਮੂਲਾ ਕੀ ਹੁੰਦਾ। ਗੋਲਾਕਾਰ ਦਰਪਣ ਦੇ ਕੇਸ ਦੇ ਵਿੱਚ ਜਦੋਂ ਅਸੀਂ ਮਿਰਰ ਫਾਰਮੂਲਾ ਬਣਾਉਣਾ ਤੇ ਸਾਨੂੰ ਜਿਹੜੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਉਹ ਕੀ ਆ, ਵੀ ਜਿਹੜਾ ਆਬਜੈਕਟ ਆ ਜਾਂ ਜਿਹੜਾ ਵਸਤੂ ਆ ਉਹਦੀ ਕਿੰਨੀ ਦੂਰੀ ਆ ਪੋਲ ਤੋਂ, ਉਹਨੂੰ ਅਸੀਂ ਸਮਾਲ ਯੂ ਕਹਿਣਾ। ਤੇ ਜਿਹੜੀ ਇਮੇਜ ਬਣੀ ਆ ਯਾਨੀ ਕਿ ਪ੍ਰਤੀਬਿੰਬ ਬਣਿਆ ਉਹਦੀ ਦੂਰੀ ਕਿੰਨੀ ਆ ਪੋਲ ਤੋਂ, ਉਹਨੂੰ ਅਸੀਂ ਸਮਾਲ ਵੀ ਕਹਿੰਦੇ ਆ। ਇਸੇ ਤਰ੍ਹਾਂ ਹੀ ਜਿਹੜਾ ਮੁੱਖ ਫੋਕਸ ਹੁੰਦਾ ਉਹ ਪੋਲ ਤੋਂ ਕਿੰਨਾ ਦੂਰ ਹੁੰਦਾ ਉਹਨੂੰ ਅਸੀਂ ਫੋਕਸ ਦੂਰੀ ਜਾਂ ਫੋਕਲ ਲੈਂਥ ਕਹਿੰਦੇ, ਜਿਹਨੂੰ ਅਸੀਂ ਸਮਾਲ ਐਫ ਦੇ ਨਾਲ ਰਿਪਰੈਜ਼ੈਂਟ ਕਰਦੇ ਆ। ਸੋ ਆਪਣੀ ਇਕੁਏਸ਼ਨ ਕੀ ਬਣਦੀ ਆ, 1/v plus 1/u is equal to 1 small f, यानी कि 1 over distance of the image plus 1 over distance of the object is equal to 1 over focal length। ਇਹ ਸਾਡਾ ਬਣ ਗਿਆ ਮਿਰਰ ਫਾਰਮੂਲਾ। ਇਹਦੇ ਨਾਲ ਆਪਾਂ ਅੱਗੋਂ ਕਈ ਨੂਮੈਰੀਕਲਸ ਹੱਲ ਕਰਾਂਗੇ, ਪਰ ਨੂਮੈਰੀਕਲਸ ਦੇ ਵਿੱਚ ਜਿਹੜੀਆਂ ਵੀ ਫਿਗਰਸ ਆਉਣਗੀਆਂ ਜਿੱਥੇ v ਦੀ ਜਗ੍ਹਾ ਤੇ u ਦੀ ਜਗ੍ਹਾ ਤੇ ਜਾਂ f ਦੀ ਜਗ੍ਹਾ ਤੇ ਉਹਦੇ ਨਾਲ ਪਲੱਸ ਲੱਗਣਾ ਕਿ ਮਾਈਨਸ ਲੱਗਣਾ, ਉਹਦੇ ਲਈ ਜਿਹੜਾ ਆਪਾਂ ਹੁਣੇ ਨਿਊ ਕਾਰਟੀਜ਼ੀਅਨ ਚਿੰਨ੍ਹ ਪਰੰਪਰਾ ਜਾਂ ਸਾਈਨ ਕਨਵੈਨਸ਼ਨ ਜਿਹੜੀ ਹੁਣੇ ਪੜ੍ਹੀ ਆ ਉਹ ਆਪਾਂ ਯੂਜ਼ ਕਰਨੀ ਆ, ਜਿਹਦੇ 'ਚ ਆਪਾਂ ਇਹ ਵੀ ਦੇਖ ਲੈਣਾ ਵੀ ਇਹ ਸ਼ੀਸ਼ੇ ਤੋਂ ਖੱਬੇ ਪਾਸੇ ਆ ਕੋਈ ਚੀਜ਼ ਕਿ ਸੱਜੇ ਪਾਸੇ ਆ, ਤੇ ਪ੍ਰਿੰਸੀਪਲ ਐਕਸਿਸ ਤੋਂ ਉੱਪਰ ਵਾਲੇ ਪਾਸੇ ਆ ਕਿ ਥੱਲੇ ਵਾਲੇ ਪਾਸੇ, ਹੈ ਨਾ। ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਸੀ। ਨੈਕਸਟ ਟਰਮ ਇਜ਼ ਵੱਡ ਦਰਸ਼ਨ ਯਾਨੀ ਕਿ ਮੈਗਨੀਫਿਕੇਸ਼ਨ। ਇਹਦਾ ਮਤਲਬ ਹੁੰਦਾ ਵੀ ਜਿਹੜੀ ਇਮੇਜ ਬਣੀ ਆ ਯਾਨੀ ਕਿ ਪ੍ਰਤੀਬਿੰਬ ਬਣਿਆ ਉਹਦਾ ਆਕਾਰ ਵਸਤੂ ਦੇ ਆਕਾਰ ਤੋਂ ਕਿੰਨਾ ਕੁ ਵੱਡਾ, ਉਹਦਾ ਕੀ ਅਨੁਪਾਤ ਆ। ਠੀਕ ਹੈ, ਯਾਨੀ ਕਿ ਪ੍ਰਤੀਬਿੰਬ ਦੀ ਉਚਾਈ ਜਾਂ ਸਾਈਜ਼ ਆਫ ਇਮੇਜ, ਤੇ ਥੱਲੇ ਕੀ ਆ ਜਾਊਗਾ ਵਸਤੂ ਦੀ ਉਚਾਈ ਯਾਨੀ ਕਿ ਸਾਈਜ਼ ਆਫ ਦਾ ਆਬਜੈਕਟ। ਪ੍ਰਤੀਬਿੰਬ ਦੀ ਉਚਾਈ ਨੂੰ ਆਪਾਂ h ਡੈਸ਼ ਤੇ ਵਸਤੂ ਦੀ ਉਚਾਈ ਨੂੰ ਅਸੀਂ h ਵੀ ਕਹਿੰਦੇ ਆ। ਸੋ ਆਪਾਂ ਇਹ ਵੀ ਕਹਿ ਸਕਦੇ ਮੈਗਨੀਫਿਕੇਸ਼ਨ ਇਜ਼ ਇਕੁਅਲ ਟੂ h ਡੈਸ਼ ਓਵਰ h। ਠੀਕ ਆ, ਆ ਇੱਕ ਇਕੁਏਸ਼ਨ ਬਣ ਗਈ। ਦੂਜੀ ਇਕੁਏਸ਼ਨ ਕੀ ਹੁੰਦੀ ਕਿ ਆਪਾਂ h ਡੈਸ਼ ਦੀ ਜਗ੍ਹਾ ਦੇ ਉੱਤੇ ਮਾਈਨਸ ਕਰਕੇ ਇੱਥੇ ਉੱਪਰ v ਤੇ ਥੱਲੇ u ਵੀ ਲਗਾ ਸਕਦੇ ਹਾਂ। ਸੋ m ਇਜ਼ ਇਕੁਅਲ ਟੂ h ਡੈਸ਼ ਓਵਰ h ਜਾਂ m ਇਜ਼ ਇਕੁਅਲ ਟੂ ਮਾਈਨਸ v/u। ਇਹ ਵੀ ਮੈਗਨੀਫਿਕੇਸ਼ਨ ਦਾ ਹੀ ਫਾਰਮੂਲਾ ਬਣ ਜਾਂਦਾ। ਆ ਜਿਹੜੀਆਂ ਆਪਾਂ ਸਫੈਰੀਕਲ ਮਿਰਰਸ ਜਾਂ ਗੋਲਾਕਾਰ ਦਰਪਣ ਦੇ ਨਾਲ ਐਸੋਸੀਏਟਿਡ ਸਾਈਨ ਕਨਵੈਨਸ਼ਨਸ ਕੀਤੀਆਂ ਨੇ, ਮਿਰਰ ਫਾਰਮੂਲਾ ਕੀਤਾ, ਮੈਗਨੀਫਿਕੇਸ਼ਨ ਕੀਤੀ ਆ, ਇਹ ਨੂਮੈਰੀਕਲਸ ਦੇ ਵਿੱਚ ਸਾਰੇ ਕੰਮ ਆਉਣੇ ਆ। ਤੇ ਇਸ ਚੈਪਟਰ ਦੀ ਜਿਹੜੀ ਅਗਲੀ ਵੀਡੀਓ ਹੈ ਉਹਦੇ 'ਚ ਅਸੀਂ ਸਫੈਰੀਕਲ ਮਿਰਰਸ ਦੇ ਨਾਲ ਰਿਲੇਟਡ ਕੁਝ ਨੂਮੈਰੀਕਲਸ ਜਿਹੜੇ ਨੇ ਉਹ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ, ਪ੍ਰੈਕਟਿਸ ਕਰਾਂਗੇ। ਆਸ ਕਰਦੀ ਹਾਂ ਵੀ ਤੁਹਾਨੂੰ ਇਹ ਸਾਰਾ ਸਮਝ ਆ ਰਿਹਾ ਹੋਊਗਾ। ਕਿਸੇ ਵੀ ਤਰ੍ਹਾਂ ਦਾ ਅਗਰ ਕੋਈ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਬਾਕਸ 'ਚ ਆਪਣਾ ਡਾਊਟ ਲਿਖ ਸਕਦੇ ਹੋ।
ਇਸ ਚੈਪਟਰ ਦੀਆਂ ਜਿੰਨੀਆਂ ਵੀ ਵੀਡੀਓਜ਼ ਨੇ ਉਹਨਾਂ ਸਾਰੀਆਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਣਗੇ, ਤੁਸੀਂ ਆਪਣੀ ਚੋਇਸ ਦੀ ਵੀਡੀਓ ਦੇਖ ਸਕਦੇ ਹੋ। ਸੋ ਇਸ ਵੀਡੀਓ ਲਈ ਇੰਨਾ ਹੀ, ਮਿਲਦੇ ਹਾਂ ਅਗਲੇ ਵੀਡੀਓ 'ਚ ਜਿੱਥੇ ਅਸੀਂ ਨੂਮੈਰੀਕਲਸ ਕਰਾਂਗੇ ਇਸ ਚੈਪਟਰ ਦੇ। ਥੈਂਕ ਯੂ ਸੋ ਮਚ ਫॉर ਵਾਚਿੰਗ।